ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰੂ ਦੀ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਕੁਝ ਦਿਨ ਤੋਂ ਮਲਾਰ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 19 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 20 ਨੰਬਰ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1287 ਤੇ ਅੰਕਿਤ ਹੈ। ਸ਼ਲੋਕ ਮਹਿਲਾ ਪਹਿਲਾ। ਰਾਤੀ ਕਾਲ ਘਟੈ ਦਿਨ ਕਾਲ, ਛਿਜੈ ਕਾਇਆ ਹੋਏ ਪਰਾਲ। ਰਾਤੀ ਔਰ ਦਿਨ, ਇਹਦਾ ਮਤਲਬ ਦਿਨ ਤੇ ਰਾਤ ਦੀ ਰਾਹੀਂ, ਭਾਵ ਜਿਵੇਂ ਜਿਵੇਂ ਦਿਨ ਔਰ ਰਾਤ ਬੀਤਦੇ ਨੇ। ਘਟੈ ਕਾਲ ਦਾ ਮਤਲਬ ਜ਼ਿੰਦਗੀ ਦਾ ਸਮਾਂ ਘਟਦਾ ਜਾਂਦਾ ਹੈ। ਜਿਵੇਂ ਜਿਵੇਂ ਰਾਤ ਔਰ ਦਿਨ ਬੀਤਦੇ ਨੇ ਤਿਵੇਂ ਤਿਵੇਂ ਉਮਰ ਦਾ ਸਮਾਂ ਘਟਦਾ ਜਾਂਦਾ ਹੈ। ਸਰੀਰਕ ਮੌਤ ਬੰਦੇ ਦੇ ਨਜ਼ਦੀਕ ਆਈ ਜਾਂਦੀ ਹੈ। ਇਸੇ ਤਰ੍ਹਾਂ ਜਿਵੇਂ ਜਿਵੇਂ ਬੰਦਾ ਸੱਚ ਦੇ ਨਾਲੋਂ ਟੁੱਟਦਾ ਜਾਂਦਾ ਹੈ ਤਿਵੇਂ ਤਿਵੇਂ ਇਹਦੀ ਆਤਮਿਕ ਉਮਰ ਵੀ ਘਟਦੀ ਜਾਂਦੀ ਹੈ। ਤਾਂ ਦਿਨ ਰਾਤ ਸਮਾਂ ਬੀਤਦਾ ਜਾਂਦਾ ਹੈ, ਬੰਦੇ ਦੀ ਉਮਰ ਘਟਦੀ ਜਾਂਦੀ ਹੈ। ਛਿਜੈ ਕਾਇਆ ਹੋਏ ਪਰਾਲ। ਕਾਇਆ ਦਾ ਮਤਲਬ ਸਰੀਰ, ਛਿਜੈ ਦਾ ਮਤਲਬ ਪੁਰਾਣਾ ਹੋ ਜਾਂਦਾ ਹੈ, ਕਮਜ਼ੋਰ ਹੋ ਜਾਂਦਾ ਹੈ, ਬਿਰਧ ਹੋ ਜਾਂਦਾ ਹੈ। ਪਰਾਲ ਦਾ ਮਤਲਬ ਪਰਾਲੀ ਦੀ ਤਰ੍ਹਾਂ ਫੋਕਾ, ਕਮਜ਼ੋਰ। ਤਾਂ ਸਰੀਰ ਹੌਲੇ ਹੌਲੇ ਕਮਜ਼ੋਰ ਹੁੰਦਾ ਹੈ ਔਰ ਸਰੀਰ ਬੁੱਢਾ ਹੋ ਜਾਂਦਾ ਹੈ। ਸਰੀਰ ਦੀ ਤਾਕਤ ਜਿਹੜੀ ਹੈ ਉਹ ਮੁੱਕਦੀ ਜਾਂਦੀ ਹੈ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਸੱਚ ਦੇ ਨਾਲੋਂ ਆਪਣੇ ਸੰਬੰਧ ਨੂੰ ਤੋੜ ਲੈਂਦੇ ਨੇ, ਰੱਬੀ ਗੁਣਾਂ ਦੇ ਨਾਲੋਂ ਤੋੜ ਲੈਂਦੇ ਨੇ ਸੰਬੰਧ ਨੂੰ, ਉਹਨਾਂ ਦਾ ਜਿਹੜਾ ਸਰੀਰਕ ਬਲ ਹੈ ਸ਼ੁਭ ਗੁਣਾਂ ਵਾਲੇ ਪਾਸਿਓਂ ਘਟਦਾ ਹੈ ਔਰ ਉਹ ਮਾੜੇ ਕਰਮਾਂ ਵਾਲੇ ਪਾਸੇ ਜ਼ਿਆਦਾ ਧਿਆਨ ਦਿੰਦਾ ਰਹਿੰਦਾ ਹੈ। ਵਰਤਣ ਵਰਤਿਆ ਸਰਬ ਜੰਜਾਲ। ਵਰਤਣ ਦਾ ਮਤਲਬ ਹੈ ਜਗਤ ਦਾ ਵਰਤਨ ਵਲੇਵਾ। ਜੋ ਵੀ ਅਸੀਂ ਆ ਜੀਵਨ ਦੇ ਅੰਦਰ ਕਾਰਜ ਕਰਦੇ ਹਾਂ, ਅਸੀਂ ਬੋਲਦੇ ਹਾਂ, ਸੁਣਦੇ ਹਾਂ, ਚੱਲਦੇ ਹਾਂ, ਫਿਰਦੇ ਹਾਂ, ਖਾਂਦੇ ਹਾਂ, ਪਹਿਨਦੇ ਹਾਂ, ਕਮਾਈ ਕਰਦੇ ਹਾਂ, ਘਰ-ਬਾਰ, ਜੋ ਵੀ ਜਗਤ ਦਾ ਵਰਤਨ ਵਲੇਵਾ ਹੈ। ਜੰਜਾਲ ਦਾ ਮਤਲਬ ਬੰਧਨ, ਫਾਹੀ। ਸੱਚ ਦੇ ਨਾਲੋਂ ਟੁੱਟੇ ਹੋਏ ਇਨਸਾਨ ਵਾਸਤੇ ਜਗਤ ਦਾ ਸਾਰਾ ਵਰਤਨ ਵਲੇਵਾ ਫਾਹੀ ਬਣ ਜਾਂਦਾ ਹੈ, ਜੰਜਾਲ ਬਣ ਜਾਂਦਾ ਹੈ। ਆਤਮਕ ਮੌਤ ਦਾ ਫੰਦਾ ਇਹਦੇ ਗਲ ਦੇ ਵਿੱਚ ਬਣ ਕੇ ਪੈ ਜਾਂਦਾ ਹੈ ਜਿਹੜਾ ਬੰਦਾ ਸੱਚ ਦੇ ਨਾਲੋਂ ਟੁੱਟਿਆ ਰਹਿੰਦਾ ਹੈ। ਭੁੱਲਿਆ ਚੁੱਕ ਗਿਆ ਤਪਤਾਲ। ਤਪਤਾਲ ਦਾ ਮਤਲਬ ਤਪ ਦੀ ਤਾਲ, ਤਪ ਦੀ ਜਾਚ, ਬੰਦਗੀ ਦਾ ਵੱਲ, ਯਾਨੀ ਜੋ ਚੰਗੀ ਘਾਲ ਕਮਾਈ ਕਰਨੀ ਹੈ, ਚੰਗੇ ਜੀਵਨ ਦਾ ਢੰਗ। ਇੱਥੇ ਤਪਤਾਲ ਦਾ ਮਤਲਬ ਹੈ ਚੰਗੇ ਜੀਵਨ ਦਾ ਢੰਗ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵਿਕਾਰਾਂ ਦੇ ਅੰਦਰ ਲੱਗਾ ਸੱਚ ਦੇ ਨਾਲ ਟੁੱਟਿਆ ਹੋਇਆ ਬੰਦਾ ਰੱਬ ਦੀ ਸਿਫਤ ਸਲਾਹ ਭੁੱਲ ਜਾਂਦੀ ਹੈ ਔਰ ਚੰਗੇ ਜੀਵਨ ਦੇ ਢੰਗ ਨੂੰ ਹਮੇਸ਼ਾ ਭੁੱਲਿਆ ਰਹਿੰਦਾ ਹੈ ਜੋ ਸੱਚ ਦੇ ਨਾਲੋਂ ਟੁੱਟਿਆ ਹੋਇਆ ਹੈ। ਅੰਧਾ ਝੱਖ ਝੱਖ ਪਿਆ ਝੇਰ। ਝੇਰ ਦਾ ਮਤਲਬ ਝੇੜੇ ਵਿੱਚ, ਝਗੜਿਆਂ ਦੇ ਅੰਦਰ। ਝੱਖ ਝੱਖ ਦਾ ਮਤਲਬ ਖੱਪ ਖੱਪ ਕੇ, ਜਗਤ ਦੇ ਵਰਤਨ ਵਲੇਵੇ ਵਿੱਚ ਖੱਪ ਖੱਪ ਕੇ, ਔਰ ਜਗਤ ਦੇ ਅੰਦਰ ਵਿਕਾਰਾਂ ਦੇ ਅੰਦਰ ਅੰਨਾ ਹੋਇਆ ਜੀਵ ਝਖਾਂ ਮਾਰ ਮਾਰ ਕੇ ਲੰਬੇ ਝਮੇਲੇ ਦੇ ਅੰਦਰ ਪੈ ਜਾਂਦਾ ਹੈ। ਯਾਨੀ ਜਿਵੇਂ ਜਿਵੇਂ ਸੱਚ ਦੇ ਨਾਲੋਂ ਟੁੱਟ ਕੇ ਜ਼ਿੰਦਗੀ ਜੀਂਦਾ ਹੈ ਔਰ ਜਿਵੇਂ ਜਿਵੇਂ ਵਿਕਾਰ ਕਮਾਉਂਦਾ ਹੈ, ਇੱਕ ਲੰਬੇ ਝੇੜੇ ਦੇ ਅੰਦਰ ਇਹ ਪੈ ਜਾਂਦਾ ਹੈ। ਇਹਦੀ ਜ਼ਿੰਦਗੀ ਵਿੱਚ ਵਿਕਾਰਾਂ ਦਾ ਇੱਕ ਲੰਬਾ ਝੇੜਾ ਬਣ ਜਾਂਦਾ ਹੈ। ਹਰ ਪਲ ਔਗਣਿਆਰੀ ਜ਼ਿੰਦਗੀ ਜੀਵੀ ਜਾਂਦਾ ਹੈ। ਪਿੱਛੇ ਰੋਵੇਂ ਲਿਆਵੇਂ ਫੇਰ। ਫੇਰ ਦਾ ਮਤਲਬ ਮੁੜ ਕੇ, ਲਿਆਵੇਂ ਫੇਰ ਦਾ ਮਤਲਬ ਮੋੜ ਲਿਆਈਏ। ਤੇ ਜਿਹੜੇ ਲੋਕ ਬਚਦੇ ਨੇ, ਹੁਣ ਜਿਵੇਂ ਸਰੀਰ ਹੌਲੇ ਹੌਲੇ ਕਮਜ਼ੋਰ ਹੋਈ ਜਾਂਦਾ ਹੈ, ਬੁੱਢਾ ਹੋ ਜਾਂਦਾ ਹੈ, ਅਖੀਰ ਮੌਤ ਦਾ ਸਮਾਂ ਨਜ਼ਦੀਕ ਆ ਜਾਂਦਾ ਹੈ ਔਰ ਬੰਦਾ ਮਰ ਜਾਂਦਾ ਹੈ। ਸਰੀਰ ਬੰਦੇ ਦਾ ਮਰ ਗਿਆ ਤੇ ਮਰਨ ਤੋਂ ਬਾਅਦ ਜਿਹੜੇ ਪਿੱਛੇ ਬਚੇ ਹੁੰਦੇ ਨੇ, ਬੱਚੇ ਨੇ ਜਾਂ ਭੈਣ ਭਰਾ ਨੇ, ਉਹ ਰੋਂਦੇ ਨੇ। ਉਹ ਰੋਂਦੇ ਨੇ ਤੇ ਨਾਲ ਉਹ ਸੋਚਦੇ ਨੇ ਕਿ ਇਹਨੂੰ ਮੋੜ ਕੇ ਲੈ ਆਈਏ। ਇਹਨੂੰ ਲਿਆਵੇਂ ਫੇਰ ਦਾ ਮਤਲਬ ਇਹਨੂੰ ਮੋੜ ਲਿਆਈਏ। ਫੇਰਦੇ ਨੇ, ਫੇਰ ਮੋੜ ਕੇ ਲਿਆਈਏ,
ਕਿਸੇ ਤਰ੍ਹਾਂ ਇਹ ਜ਼ਿੰਦਾ ਹੋ ਜਾਏ, ਜਿਹੜੇ ਉਹਦੇ ਪਿਛਲੇ ਨੇ ਉਹ ਰੋਂਦੇ ਨੇ। ਔਰ ਇਸੇ ਤਰ੍ਹਾਂ ਇਹ ਤਾਂ ਹੋ ਗਈ ਸਰੀਰਕ ਗੱਲ। ਇਸੇ ਤਰ੍ਹਾਂ ਜਿਹੜਾ ਇਨਸਾਨ ਸੱਚ ਨੂੰ ਛੱਡ ਕੇ ਵਿਕਾਰਾਂ ਦੇ ਅੰਦਰ ਖਚਤ ਹੋ ਜਾਂਦਾ ਹੈ, ਆਤਮਿਕ ਮੌਤ ਤੇ ਮਰ ਜਾਂਦਾ ਹੈ, ਤਾਂ ਕਈ ਵਾਰ ਜਿਹੜੇ ਚੰਗੇ ਇਨਸਾਨ ਨੇ ਉਹ ਵੀ ਸੋਚਦੇ ਨੇ ਵੀ ਮੁੜ ਜਾਏ, ਕਿਤੇ ਚੰਗੇ ਪਾਸੇ ਆ ਜਾਵੇ। ਬਿਨ ਬੂਝੇ ਕਿਛ ਸੂਝੇ ਨਾਹੀਂ, ਪਰ ਗੁਰੂ ਜੀ ਕਹਿੰਦੇ ਨੇ ਸਮਝਣ ਤੋਂ ਬਿਨਾ ਜਗਤ ਨੂੰ ਇਹਨਾਂ ਵਿਕਾਰਾਂ ਦੇ ਅੰਦਰ ਕੁਝ ਸੁਝਦਾ ਨਹੀਂ ਹੈ। ਜਦੋਂ ਤੱਕ ਅੰਦਰ ਕਾਮਨ ਸੈਂਸ ਨਹੀਂ, ਜਦ ਤੱਕ ਬੰਦੇ ਦੇ ਅੰਦਰ ਗਿਆਨ ਨਹੀਂ, ਬਿਨਾ ਸੂਝ ਤੋਂ ਬਿਨਾ ਸਮਝ ਤੋਂ ਇਹਨੂੰ ਕੁਝ ਸੁਝਦਾ ਨਹੀਂ ਹੈ, ਸਮਝਦਾ ਬੰਦਾ ਨਹੀਂ ਕਿ ਮੈਂ ਇਹਨਾਂ ਵਿਕਾਰਾਂ ਦੇ ਵਿੱਚੋਂ ਕਿਵੇਂ ਬਾਹਰ ਨਿਕਲਾਂ। ਇਹਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਮੇਰੀ ਜ਼ਿੰਦਗੀ ਜੀਣ ਦਾ ਢੰਗ ਗਲਤ ਹੈ। ਇਹਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਮੇਰੇ ਜੀਵਨ ਦਾ ਢੰਗ ਹੀ ਮੇਰੇ ਜੀਵਨ ਦਾ ਬੰਧਨ ਬਣਿਆ ਹੋਇਆ ਹੈ। ਮੋਇਆ ਰੋਹੇ ਰੋਂਦੇ ਮਰ ਜਾਹੇ। ਮੋਇਆ ਰੋਹੇ ਦਾ ਮਤਲਬ ਜਿਹੜੇ ਮਰ ਗਏ ਨੇ ਉਹਨਾਂ ਨੂੰ ਲੋਕ ਰੋਂਦੇ ਨੇ, ਅਫਸੋਸ ਕਰਦੇ ਨੇ ਵੀ ਕਿਉਂ ਮਰ ਗਏ। ਤੇ ਰੋਂਦੇ ਮਰ ਜਾਹੀ, ਜਿਹੜੇ ਰੋ ਰਹੇ ਨੇ ਉਹਨਾਂ ਨੇ ਵੀ ਆਖਿਰ ਇੱਕ ਦਿਨ ਮਰ ਜਾਣਾ ਹੈ। ਯਾਨੀ ਸਰੀਰਕ ਮੌਤ ਨਿਸ਼ਚਿਤ ਹੈ। ਲੋਕ ਮੋਇਆ ਨੂੰ ਰੋਂਦੇ ਨੇ ਕਿ ਇਹ ਕਿਉਂ ਮਰ ਗਿਆ ਹੈ, ਇਹ ਬਚ ਜਾਂਦਾ ਨਾ ਮਰਦਾ ਸਰੀਰ ਕਰਕੇ। ਪਰ ਗੁਰੂ ਜੀ ਕਹਿੰਦੇ ਨੇ ਜਿਹੜੇ ਰੋਣ ਵਾਲੇ ਨੇ ਆਖਿਰ ਉਹ ਵੀ ਇੱਕ ਦਿਨ ਮਰ ਜਾਂਦੇ ਨੇ, ਮਰ ਤੇ ਉਹਨਾਂ ਨੇ ਵੀ ਜਾਣਾ ਹੈ। ਅਵਰ ਮੂਏ ਕਿਆ ਸੂਖ ਕਰੀਜੈ ਤਉ ਕੀਜੈ ਜੋ ਆਪਨ ਜੀਜੈ। ਪਹਿਲੀ ਗੱਲ ਤਾਂ ਇਹ ਸਰੀਰਕ ਜ਼ਿੰਦਗੀ ਦੀ ਗੱਲ ਹੈ। ਦੂਜੀ ਗੱਲ, ਜਿਹੜੇ ਜਗਤ ਦਾ ਵਲੇਵੇਂ ਦੇ ਵਿੱਚ ਫਸੇ ਰਹੇ ਵਿਕਾਰਾਂ ਦੇ ਅੰਦਰ, ਉਹ ਮਰ ਜਾਂਦੇ ਨੇ, ਆਤਮਿਕ ਮੌਤ ਤੇ ਮਰ ਜਾਂਦੇ ਨੇ। ਤੇ ਜਿਹੜੇ ਉਸ ਆਤਮਿਕ ਮੌਤ ਤੇ ਮਰਿਆਂ ਨੂੰ ਰੋਂਦੇ ਰਹਿੰਦੇ ਨੇ ਵੀ ਇਹਨੇ ਮਾੜਾ ਕੀਤਾ ਹੈ, ਇਹ ਕੀਤਾ ਹੈ, ਉਹ ਕੀਤਾ, ਲੇਕਿਨ ਸੱਚ ਦੇ ਨਾਲ ਨਹੀਂ ਜੁੜਦੇ, ਜਾਂ ਜਿਹੜੇ ਵਿਕਾਰਾਂ ਦਾ ਰੋਣਾ ਰੋਂਦੇ ਰਹਿੰਦੇ ਨੇ ਉਹ ਵੀ ਮਰ ਜਾਂਦੇ ਨੇ। ਜਿਨੇ ਵਿਕਾਰਾਂ ਦਾ ਰੋਣਾ ਰੋਇਆ ਉਹ ਤੇ ਮਰ ਗਿਆ, ਆਤਮਿਕ ਮੌਤ ਸਹੇੜ ਲਈ। ਤੇ ਜਿਹੜੇ ਹੋਰ ਲੋਕ ਵਿਕਾਰਾਂ ਦੇ ਹੀ ਰੋਣੇ ਰੋ ਰਹੇ ਨੇ, ਮਾੜੇ ਕਰਮ ਕਰੀ ਜਾਂਦੇ ਨੇ, ਉਹ ਇਨਸਾਨ ਵੀ ਆਤਮਿਕ ਮੌਤ ਤੇ ਮਰ ਜਾਂਦੇ ਨੇ। ਦੋਵੇਂ ਗੱਲਾਂ ਨਾਲ ਦੇ ਨਾਲ ਅਸੀਂ ਸਮਝਦੇ ਚੱਲਾਂਗੇ। ਨਾਨਕ ਖਸਮੈ ਏਵੇਂ ਭਾਵੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਖਸਮ ਨੂੰ, ਪ੍ਰਭੂ ਨੂੰ ਇੰਝ ਹੀ ਚੰਗਾ ਲੱਗਦਾ ਹੈ। ਭਾਵੇ ਦਾ ਮਤਲਬ ਭਾਣਾ, ਕਿ ਰੱਬ ਨੂੰ ਐਵੇਂ ਹੀ ਚੰਗਾ ਲੱਗਦਾ ਹੈ, ਮਤਲਬ ਕਿ ਇਹ ਰੱਬ ਦੀ ਕੁਦਰਤ ਦਾ ਨਿਯਮ ਹੈ। ਇਸ ਨਿਯਮ ਤੋਂ ਬਾਹਰ ਕੋਈ ਜਾ ਨਹੀਂ ਸਕਦਾ। ਇਹ ਰੱਬ ਦਾ ਭਾਣਾ ਹੈ, ਨਿਯਮ ਹੈ, ਸਿਸਟਮ ਹੈ। ਕੋਈ ਵੀ ਸ਼ਬਦਾਵਲੀ ਜਿਹਦੇ ਨਾਲ ਵੀ ਸਮਝ ਆ ਜਾਏ, ਤੁਸੀਂ ਉਹ ਸ਼ਬਦਾਵਲੀ ਵਰਤ ਸਕਦੇ ਹੋ ਕਿ ਰੱਬ ਨੂੰ ਐਵੇਂ ਹੀ ਭਾਉਂਦਾ ਹੈ। ਰੱਬ ਦਾ ਭਾਣਾ ਹੀ ਇਹ ਹੈ। ਕੀ ਭਾਣਾ ਹੈ, ਕੀ ਹੈ ਸਿਸਟਮ, ਕਿ ਜੇ ਔਗਣਾ ਵਾਲੀ ਜ਼ਿੰਦਗੀ ਜੀਵੋਗੇ ਤਾਂ ਆਤਮਿਕ ਮੌਤ ਤੇ ਮਰ ਜਾਓਗੇ, ਔਰ ਜੇ ਸ਼ੁਭ ਗੁਣਾਂ ਦੇ ਨਾਲ ਜੁੜੋਗੇ ਤੇ ਆਤਮਿਕ ਜ਼ਿੰਦਗੀ ਜੀ ਲੋਗੇ। ਇਹ ਸਿਸਟਮ ਹੈ, ਰੱਬ ਨੂੰ ਐਵੇਂ ਹੀ ਪਾਉਂਦਾ ਹੈ। ਚੋਣ ਸਾਡੀ ਆਪਣੀ ਹੈ ਕਿ ਅਸੀਂ ਚੋਣ ਕਿਹੜੀ ਕਰਾਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਰੱਬ ਨੂੰ ਐਵੇਂ ਪਾਉਂਦਾ ਹੈ, ਇਹੀ ਰੱਬ ਦਾ ਭਾਣਾ ਹੈ, ਸਿਸਟਮ ਹੈ। ਤੇ ਮਰਦਾ ਕੌਣ ਹੈ? ਸੇਈ ਮੂਏ ਜਿਨ ਚਿਤ ਨਾ ਆਵੇ। ਗੁਰੂ ਜੀ ਕਹਿੰਦੇ ਨੇ ਅਸਲ ਦੇ ਅੰਦਰ ਉਹ ਬੰਦੇ ਮਰਦੇ ਨੇ ਜਿਨ੍ਹਾਂ ਨੂੰ ਰੱਬ ਚੇਤੇ ਨਹੀਂ ਆਉਂਦਾ। ਅਸਲ ਦੇ ਅੰਦਰ ਮੋਏ ਹੋਏ ਕੌਣ ਨੇ? ਜਿਨ ਚਿਤ ਨਾ ਆਵੇ, ਜਿਨ੍ਹਾਂ ਦੇ ਚਿੱਤ ਵਿੱਚ ਰੱਬੀ ਗੁਣ ਨਹੀਂ ਹਨ, ਜਿਨ੍ਹਾਂ ਦੇ ਚਿੱਤ ਵਿੱਚ ਰੱਬ ਦੇ ਗੁਣ ਨਹੀਂ, ਰੱਬ ਦਾ ਪਿਆਰ ਨਹੀਂ, ਇਨਸਾਨੀਅਤ ਨਹੀਂ, ਸੱਚ ਨਹੀਂ। ਗੁਰੂ ਜੀ ਕਹਿੰਦੇ ਨੇ ਅਸਲੀ ਮੋਏ ਹੋਏ ਉਹ ਨੇ। ਤਾਂ ਹੁਣ ਇਹ ਸਾਰੇ ਭਾਵ ਨੂੰ ਸਮਝੋ ਕਿ ਦਿਨ ਰਾਤ ਕਰਕੇ ਜ਼ਿੰਦਗੀ ਦਾ ਸਮਾਂ ਘਟਦਾ ਜਾ ਰਿਹਾ ਹੈ। ਬੰਦਾ ਸੱਚ ਦੇ ਨਾਲੋਂ ਟੁੱਟਿਆ ਹੋਇਆ ਹੈ, ਵਿਕਾਰਾਂ ਵਾਲੀ ਜ਼ਿੰਦਗੀ ਜੀ ਰਿਹਾ ਹੈ। ਅਖੀਰ ਬੰਦਾ ਸਰੀਰਕ ਮੌਤ ਤੇ ਮਰ ਜਾਂਦਾ ਹੈ। ਉਹਦੇ ਪਿਛਲੇ ਰੋਂਦੇ ਨੇ ਵੀ ਕਿਸੇ ਤਰ੍ਹਾਂ ਇਹਨੂੰ ਮੋੜ ਲਿਆਈਏ, ਪਰ ਅੱਜ ਤੱਕ ਕੋਈ ਨਾ ਮੁੜਿਆ ਹੈ ਨਾ ਮੁੜਦਾ ਹੈ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਅਸਲ ਦੇ ਅੰਦਰ ਮੋਇਆ ਹੋਇਆ ਉਹ ਹੈ ਜਿਹਦੇ ਚਿੱਤ ਵਿੱਚ ਰੱਬ ਨਹੀਂ, ਉਹ ਜਿਉਂਦਾ ਹੀ ਮੋਇਆ ਹੋਇਆ ਹੈ। ਸਰੀਰਕ ਤੌਰ ਤੇ ਤਾਂ ਸਾਰਿਆਂ ਨੇ ਮਰਨਾ ਹੀ ਮਰਨਾ ਹੈ, ਪਰ ਅਸਲੀ ਮੋਇਆ ਇਨਸਾਨ ਉਹ ਹੈ ਜਦੋਂ ਚਿੱਤ ਦੇ ਅੰਦਰ ਸੱਚ ਨਾ ਹੋਵੇ, ਇਨਸਾਨੀਅਤ ਨਾ ਹੋਵੇ, ਦਇਆ ਨਾ ਹੋਵੇ, ਰੱਬੀ ਗੁਣ ਨਾ ਹੋਣ, ਰੱਬੀ ਸਿਫਤ ਸਲਾਹ ਨਾ ਹੋਵੇ, ਜੋ ਰੱਬੀ ਰਜ਼ਾ ਵਿੱਚ ਨਾ ਤੁਰਦਾ ਹੋਵੇ। ਅਸਲੀ ਮੋਇਆ ਹੋਇਆ ਉਹ ਹੈ। ਤੇ ਇਸ ਮੌਤ ਤੋਂ ਬਚਿਆ ਜਾ ਸਕਦਾ ਹੈ ਰੱਬੀ ਗੁਣਾਂ ਦੇ ਨਾਲ ਜੁੜ ਕੇ। ਮਹਿਲਾ ਪਹਿਲਾ, ਮੂਆ ਪਿਆਰ ਪ੍ਰੀਤ ਮੁਈ, ਮੂਆ ਵੈਰਵਾਦੀ। ਤਾਂ ਗੁਰੂ ਪਾਤਸ਼ਾਹ ਜੀ ਹੁਣ ਇੱਥੇ ਸਾਨੂੰ ਸਮਝਾ ਰਹੇ ਨੇ ਕਿ ਜਦੋਂ ਬੰਦੇ ਦੀ ਸਰੀਰਕ ਮੌਤ ਹੋ ਜਾਂਦੀ ਹੈ ਉਦੋਂ ਕੀ ਹੁੰਦਾ ਹੈ।
ਵਾਦੀ ਦਾ ਮਤਲਬ ਵਾਦ ਕਰਨ ਵਾਲਾ, ਵਾਦ ਦਾ ਮਤਲਬ ਝਗੜਾ, ਝਗੜਿਆਂ ਦਾ ਮੂਲ ਜਿਵੇਂ ਧਨ ਤੋਂ ਧਨੀ, ਐਵੇਂ ਵਾਦੀ ਦਾ ਮਤਲਬ ਵਾਦ, ਝਗੜਿਆਂ ਦਾ ਮੂਲ। ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਉਹਦਾ ਉਹ ਪ੍ਰੀਤ ਪਿਆਰ ਮੁੱਕ ਜਾਂਦਾ ਹੈ ਜੋ ਆਪਣੇ ਸੰਬੰਧੀਆਂ ਦੇ ਨਾਲ ਹੁੰਦਾ ਸੀ। ਹੁਣ ਸਰੀਰਕ ਮੌਤ ਹੋ ਗਈ ਤਾਂ ਹੁਣ ਧੀਆਂ ਹੋਣ, ਪੁੱਤਰ ਹੋਣ, ਭਰਾ ਹੋਣ, ਕੁਛ ਵੀ ਹੋਵੇ, ਹੁਣ ਉਹਦਾ ਪਿਆਰ ਪਿਉਰ ਸਾਰਾ ਖਤਮ ਹੋ ਗਿਆ ਨਾ। ਜਦੋਂ ਬੰਦਾ ਮਰ ਗਿਆ ਤੇ ਪਿਆਰ ਵੀ ਖਤਮ। ਪਿਆਰ ਤੇ ਉਦੋਂ ਤੱਕ ਹੀ ਜਦੋਂ ਤੱਕ ਜਿਉਂਦਾ ਹੈ। ਮੂਆ ਵੈਰਵਾਦੀ, ਝਗੜਿਆਂ ਦਾ ਮੂਲ ਵੀ ਖਤਮ ਹੋ ਗਿਆ, ਵੈਰ ਵੀ ਖਤਮ ਹੋ ਗਿਆ। ਪਹਿਲਾਂ ਕਿਸੇ ਨੂੰ ਵੇਖ ਕੇ ਈਰਖਾ ਕਰਦਾ ਸੀ, ਲੇਕਿਨ ਹੁਣ ਮਰਿਆ ਹੋਇਆ ਮਿਰਤਕ ਸਰੀਰ ਪਿਆ ਹੈ, ਕੋਈ ਆ ਜਾਏ ਨਾ ਆ ਜਾਏ, ਕੋਈ ਨਵਾ ਦੇ ਨਵਾ ਦੇ, ਨਾ ਨਵਾਏ ਨਾ ਨਵਾਏ, ਕੱਪੜੇ ਬਦਲਦੇ ਬਦਲਦੇ, ਨਾ ਬਦਲੇ ਨਾ ਬਦਲੇ, ਨਾ ਉਹਦਾ ਕਿਸੇ ਨਾਲ ਪਿਆਰ ਹੈ, ਨਾ ਉਹਦਾ ਕਿਸੇ ਨਾਲ ਵੈਰ ਹੈ। ਜਦੋਂ ਬੰਦਾ ਮਰ ਗਿਆ ਉਦੋਂ ਵੈਰ ਆਦਿਕ ਵੀ ਖਤਮ ਹੋ ਗਏ, ਉਦੋਂ ਸਾਰਾ ਕੁਝ ਜਾਂਦਾ ਰਿਹਾ। ਵਨ ਗਿਆ ਰੂਪ ਵਿਣਸਿਆ, ਦੁਖੀ ਦੇਹ ਰੁਲੀ। ਵਨ ਦਾ ਮਤਲਬ ਰੰਗ, ਦੁਖੀ ਦੇਹ ਦਾ ਮਤਲਬ ਵਿਚਾਰਾ ਸਰੀਰ, ਨਕਾਰਾ ਸਰੀਰ। ਸਰੀਰ ਦਾ ਸੋਹਣਾ ਰੰਗ ਰੂਪ ਨਾਸ ਹੋ ਜਾਂਦਾ ਹੈ ਤੇ ਵਿਚਾਰਾ ਸਰੀਰ ਜਿਹੜਾ ਹੈ ਉਹ ਰੁਲ ਜਾਂਦਾ ਹੈ। ਦੁਖੀ ਦੇਹ ਰੁਲੀ ਦਾ ਮਤਲਬ ਵਿਚਾਰਾ ਸਰੀਰ ਰੁਲ ਜਾਂਦਾ ਹੈ। ਜਾਂ ਉਹਨੂੰ ਅੱਗ ਵਿੱਚ ਸਾੜ ਦਿੰਦੇ ਨੇ, ਜਾਂ ਉਹਨੂੰ ਪਾਣੀ ਵਿੱਚ ਰੂੜ ਦਿੰਦੇ ਨੇ, ਜਾਂ ਉਸ ਨੂੰ ਦਬਾ ਦਿੰਦੇ ਨੇ, ਜਾਂ ਅੱਜ ਕੱਲ ਭੱਠੀਆਂ ਦੇ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਜਾਂਦਾ ਹੈ। ਦੇਹ ਖਤਮ ਹੋ ਜਾਂਦੀ ਹੈ। ਕਿੱਥੋਂ ਆਇਆ ਕਹਿ ਗਿਆ, ਕਿਹੋ ਨਾ ਸੀਓ ਕਿਹੋ ਸੀ। ਕਹਿਣ ਦਾ ਮਤਲਬ ਕਿੱਥੇ, ਕਿਹੋ ਨਾ ਸੀਓ ਦਾ ਮਤਲਬ ਇਹ ਕੁਝ ਉਹ ਨਹੀਂ ਸੀ, ਇਹ ਕੁਝ ਉਹ ਨਹੀਂ ਸੀ। ਕਿੱਥੋਂ ਆਇਆ ਕਹਿ ਗਿਆ, ਕਿਹੋ ਨਾ ਸੀਓ ਕਿਹੋ ਸੀ। ਇਹ ਹੁਣ ਉਹਦੇ ਪਿਛਲੇ ਲੋਕ ਗੱਲਾਂ ਕਰ ਰਹੇ ਨੇ, ਮਰਨ ਵਾਲੇ ਤੋਂ ਪਿੱਛੋਂ। ਜਿਹੜੇ ਪਿਛਲੇ ਬੱਚੇ ਹੁੰਦੇ ਨੇ ਕਿ ਇਹ ਬੰਦਾ ਕਿੱਥੋਂ ਆਇਆ, ਕਿੱਥੇ ਚਲਾ ਗਿਆ, ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ। ਕਿਹੋ ਨਾ ਸੀਓ, ਕਈ ਲੋਕ ਕਹਿੰਦੇ ਨੇ ਉਹ ਕੁਝ ਵੀ ਨਹੀਂ ਸੀ। ਕਈ ਲੋਕ ਕਹਿੰਦੇ ਨੇ ਕਿਹੋ ਸੀ ਕਿ ਉਹ ਕੁਝ ਹੈ ਸੀ। ਉਹ ਇਹੋ ਜਿਹਾ ਸੀ, ਉਹ ਇਹੋ ਜਿਹਾ ਨਹੀਂ ਸੀ। ਭਾਵ ਉਹਦੇ ਵਿੱਚ ਇੰਨੇ ਐਬ ਸਨ ਔਰ ਇੰਨੇ ਗੁਣ ਸਨ। ਇਸ ਤਰੀਕੇ ਦੀਆਂ ਗੱਲਾਂ ਲੋਕ ਉਹਦੇ ਮਰਨ ਤੋਂ ਬਾਅਦ ਕਰਦੇ ਨੇ ਵੀ ਕਿੱਥੋਂ ਆਇਆ, ਕਿੱਧਰ ਚਲਾ ਗਿਆ। ਲੋਕ ਕਰਦੇ ਨੇ ਨਾ, ਬੰਦਾ ਕਿੱਥੋਂ ਆਉਂਦਾ ਹੈ, ਕਿੱਥੇ ਚਲਾ ਜਾਂਦਾ ਹੈ। ਕਿਹੋ ਨਾ ਸੀ, ਉਹ ਤੇ ਕੁਝ ਵੀ ਨਹੀਂ ਸੀ। ਭਾਵ ਉਹਦੇ ਵਿੱਚ ਜ਼ਿਆਦਾ ਔਗਣ ਸਨ। ਕਿਹੋ ਸੀ ਦਾ ਮਤਲਬ ਉਹ ਕੁਝ ਸੀ ਯਾਰ, ਉਹਦੇ ਵਿੱਚ ਬੜੇ ਗੁਣ ਸਨ, ਉਹ ਬੜਾ ਉਹਦਾ ਹਿਕਮਤ ਹੁਕਮ ਚੱਲਦਾ ਸੀ। ਤਾਂ ਉਹ ਇਹੋ ਜਿਹਾ ਨਹੀਂ ਸੀ, ਉਹ ਇਹੋ ਜਿਹਾ ਸੀ। ਭਾਵ ਕਿ ਉਹਦੇ ਵਿੱਚ ਫਲਾਣੇ ਐਬ ਨਹੀਂ ਸਨ ਤੇ ਉਹਦੇ ਵਿੱਚ ਫਲਾਣੇ ਗੁਣ ਸਨ। ਇਹੋ ਜਿਹੀਆਂ ਗੱਲਾਂ ਸਰੀਰ ਦੇ ਮਰਨ ਤੋਂ ਬਾਅਦ ਲੋਕ ਕਰਦੇ ਨੇ। ਮਨ ਮੁਖ ਗੱਲਾਂ ਗੋਈਆਂ, ਇਹਨੂੰ ਗਲਾ ਨਹੀਂ ਪੜਨਾ, ਗੱਲਾਂ ਗੋਈਆਂ। ਕੀਤਾ ਚਾਉ ਰਲੀ, ਮਨ ਦਾ ਮਤਲਬ ਮਨ ਵਿੱਚ, ਮੁਖ ਦਾ ਮਤਲਬ ਮੂੰਹ ਨਾਲ, ਗੋਈਆਂ ਦਾ ਮਤਲਬ ਆਖੀਆਂ, ਰਲੀ ਦਾ ਮਤਲਬ ਰਲੀਆਂ। ਮਨ ਮੁਖ ਗੱਲਾਂ ਗੋਈਆਂ, ਇਹਨੂੰ ਵੱਖਰਾ ਵੱਖਰਾ ਪੜਨਾ ਹੈ। ਜਦੋਂ ਮਨ ਦੇ ਨੰਨੇ ਨਾਲ ਵੀ ਸਿਹਾਰੀ ਲੱਗੀ ਹੋਵੇ, ਮੁਖ ਦੇ ਖੱਖੇ ਨਾਲ ਵੀ ਸਿਹਾਰੀ ਲੱਗੀ ਹੋਵੇ, ਤਾਂ ਫਿਰ ਇਹਨਾਂ ਦੋਵਾਂ ਸ਼ਬਦਾਂ ਨੂੰ ਵੱਖਰਾ ਵੱਖਰਾ ਪੜਨਾ ਹੈ। ਮਨ ਮੁਖ ਇਕੱਠਾ ਨਹੀਂ ਪੜਨਾ। ਮਨ ਦਾ ਮਤਲਬ ਮਨ ਵਿੱਚ, ਮੁਖ ਦਾ ਮਤਲਬ ਮੁਖ ਵਿੱਚ। ਗੱਲਾਂ ਗੋਈਆਂ ਦਾ ਮਤਲਬ ਲੋਕ ਗੱਲਾਂ ਕਰਦੇ ਨੇ। ਮਨ ਵਿੱਚ ਔਰ ਮੂੰਹ ਵਿੱਚ ਲੋਕ ਗੱਲਾਂ ਕਰਦੇ ਨੇ। ਕਿ ਕੀਤਾ ਚਾਉ ਰਲੀ, ਕਿ ਉਹ ਬੜੇ ਚਾਉ ਤੇ ਰਲੀਆਂ ਮਾਣ ਗਿਆ, ਬੜੀਆਂ ਖੁਸ਼ੀਆਂ ਮਾਣ ਗਿਆ, ਬੜੀਆਂ ਮੌਜਾਂ ਮਾਣ ਕੇ ਗਿਆ। ਲੋਕ ਗੱਲਾਂ ਕਰਦੇ ਨੇ ਮਨ ਵਿੱਚ ਵੀ ਔਰ ਮੂੰਹ ਨਾਲ ਵੀ, ਯਾਰ ਬੜੀਆਂ ਮੌਜਾਂ ਮਾਣ ਕੇ ਗਿਆ ਹੈ। ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪੱਤ ਪਾਟੀ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਿਰ ਖੁਰ ਦਾ ਮਤਲਬ ਸਿਰ ਤੋਂ ਲੈ ਕੇ ਪੈਰਾਂ ਤੱਕ। ਖੁਰ ਦਾ ਮਤਲਬ ਪੈਰ, ਸਿਰ ਤੋਂ ਲੈ ਕੇ ਪੈਰਾਂ ਤੱਕ, ਯਾਨੀ ਸਾਰੀ ਜ਼ਿੰਦਗੀ ਦੀ। ਪੱਤ ਦਾ ਮਤਲਬ ਇੱਜ਼ਤ, ਪਾਟੀ ਦਾ ਮਤਲਬ ਹੁੰਦਾ ਹੈ ਲੀਰੋ ਲੀਰ ਹੋ ਜਾਣਾ, ਕੱਪੜੇ ਪਾਟ ਜਾਣਾ। ਪਰ ਗੁਰੂ ਜੀ ਕਹਿੰਦੇ ਨੇ ਜੇ ਕੋਈ ਬੰਦਾ ਪ੍ਰਭੂ ਦੀ ਸਿਫਤ ਸਲਾਹ ਨਹੀਂ ਕਰਦਾ, ਜੇ ਪ੍ਰਭੂ ਦੇ ਨਾਮ ਹੁਕਮ ਦੇ ਅੰਦਰ ਬੰਦਾ ਨਹੀਂ ਚੱਲਦਾ, ਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਉਹਦੀ ਸਾਰੀ ਇੱਜ਼ਤ ਹੀ ਲੀਰੋ ਲੀਰ ਸਮਝੋ। ਭਾਵੇਂ ਉਹਨੇ ਰੰਗ ਰਲੀਆਂ ਮਾਣੀਆਂ ਹੋਣ, ਵਿਕਾਰ ਕਮਾਏ ਹੋਣ, ਤਾਂ ਉਹਦੀ ਕੋਈ ਇੱਜ਼ਤ ਨਹੀਂ ਹੁੰਦੀ। ਸਿਰ ਤੋਂ ਲੈ ਕੇ ਪੈਰਾਂ ਤੱਕ ਉਹਦੀ ਪੱਤ ਪਾਟ ਜਾਂਦੀ ਹੈ, ਲੀਰੋ ਲੀਰ ਹੋ ਜਾਂਦੀ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਪਿਆਰਿਓ, ਦਿਨ ਦਿਨ ਉਮਰ ਘਟਦੀ ਹੈ,
ਜਿਹੜੇ ਆ ਦੁਨੀਆ ਦੇ ਕਾਰੋਬਾਰ ਨੇ, ਜੇ ਸੱਚ ਨੂੰ ਆਧਾਰ ਬਣਾ ਕੇ ਇਹਨਾਂ ਨੂੰ ਨਹੀਂ ਕਰੋਗੇ ਤਾਂ ਇਹ ਤੁਹਾਡੇ ਕੀਤੇ ਹੋਏ ਕਾਰੋਬਾਰ, ਕੰਮ, ਬੋਲ ਆਦਿਕ ਤੁਹਾਡੇ ਆਤਮਿਕ ਜੀਵਨ ਦੇ ਰਾਹ ਦੇ ਅੰਦਰ ਰੋੜੇ ਬਣ ਜਾਣਗੇ। ਇਹ ਤੁਹਾਡੇ ਵਾਸਤੇ ਜੰਜਾਲ ਬਣ ਜਾਣਗੇ। ਔਰ ਜੇ ਸੱਚ ਦੇ ਨਾਲ ਨਾ ਜੁੜੇ ਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਭਾਵ ਸਾਰੀ ਜਿਹੜੀ ਇੱਜ਼ਤ ਹੈ ਉਹ ਲੀਰੋ ਲੀਰ ਹੋ ਜਾਏਗੀ। ਇਸ ਲਈ ਇਸ ਸੰਸਾਰ ਦੇ ਅੰਦਰ ਰਹਿੰਦਿਆਂ ਸੱਚ ਦੇ ਨਾਲ ਜੁੜੋ ਔਰ ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਵੋ, ਤਾਂ ਤੁਹਾਡਾ ਜਿਹੜਾ ਇਹ ਜੀਵਨ ਹੈ ਉਹ ਸਫਲ ਔਰ ਸੁਚੱਜਾ ਹੋ ਸਕਦਾ ਹੈ। ਪੌੜੀ, ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਅੰਤੇ ਹੋਏ ਸਖਾਈ। ਅੰਤੇ ਦਾ ਮਤਲਬ ਅੰਤ ਨੂੰ, ਅਖੀਰ ਨੂੰ। ਅੰਮ੍ਰਿਤ ਨਾਮ ਦਾ ਮਤਲਬ ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ, ਯਾਨੀ ਹੁਕਮ, ਯਾਨੀ ਪ੍ਰਭੂ ਦੀ ਸਿਫਤ ਸਲਾਹ। ਕਿ ਜੋ ਪ੍ਰਭੂ ਦੀ ਸਿਫਤ ਸਲਾਹ ਹੈ, ਜੋ ਪ੍ਰਭੂ ਦਾ ਹੁਕਮ ਹੈ, ਇਹ ਆਤਮਿਕ ਜੀਵਨ ਦੇਣ ਵਾਲਾ ਹੈ। ਆਤਮਿਕ ਜੀਵਨ ਅਸੀਂ ਰੱਬੀ ਗੁਣਾਂ ਰਾਹੀਂ ਜੀ ਸਕਦੇ ਹਾਂ। ਜੋ ਬੰਦਾ ਰੱਬੀ ਰਜ਼ਾ ਦੇ ਵਿੱਚ ਜ਼ਿੰਦਗੀ ਜੀਂਦਾ ਹੈ, ਮਨ, ਬਚਨ, ਕਰਮ ਕਰਕੇ, ਜੋ ਬੰਦਾ ਮਨ, ਬਚਨ ਔਰ ਕਰਮ ਕਰਕੇ ਗੁਣਾਂ ਦਾ ਧਾਰਨੀ ਹੈ, ਜੋ ਅੰਦਰੋਂ ਬਾਹਰੋਂ ਇੱਕ ਕਥਨੀ ਕਰਨੀ ਦਾ ਪੂਰਾ ਹੈ, ਉਹ ਅਸਲੀ ਆਤਮਿਕ ਜੀਵਨ ਜੀ ਰਿਹਾ ਹੈ। ਤੇ ਜਿਹੜਾ ਬੰਦਾ ਅੰਦਰੋਂ ਹੋਰ ਹੈ, ਬਾਹਰੋਂ ਹੋਰ ਹੈ, ਕਹਿੰਦਾ ਕੁਝ ਹੋਰ ਹੈ, ਕਰਦਾ ਕੁਝ ਹੋਰ ਹੈ, ਤਾਂ ਉਹ ਆਤਮਿਕ ਮੌਤ ਤੇ ਮਰਿਆ ਹੋਇਆ ਹੈ, ਉਹਦੇ ਅੰਦਰ ਇਨਸਾਨੀਅਤ ਨਹੀਂ ਹੈ। ਤਾਂ ਗੁਰੂ ਜੀ ਕਹਿੰਦੇ ਨੇ ਸੁੱਖਾਂ ਦੀ ਦਾਤ ਦੇਣ ਵਾਲਾ, ਆਤਮਿਕ ਜੀਵਨ ਦੇਣ ਵਾਲਾ ਸਿਰਫ ਔਰ ਸਿਰਫ ਪ੍ਰਭੂ ਦਾ ਹੁਕਮ ਔਰ ਪ੍ਰਭੂ ਦੀ ਸਿਫਤ ਸਲਾਹ ਹੈ। ਅਖੀਰ ਨੂੰ ਇਹੀ ਬੰਦੇ ਦੇ ਸਹਾਇਕ ਬਣਦੇ ਨੇ, ਰੱਬ ਦੇ ਗੁਣ, ਰੱਬ ਦਾ ਹੁਕਮ। ਹੋਰ ਕੋਈ ਚੀਜ਼ ਆਤਮਿਕ ਜੀਵਨ ਵਿੱਚ ਸਹਾਇਤਾ ਨਹੀਂ ਕਰ ਸਕਦਾ। ਬਾਜ ਗੁਰੂ ਜਗਤ ਬੌਰਾਨਾ, ਨਾਵੇਂ ਸਾਰ ਨਾ ਪਾਈ। ਬੌਰਾਨਾ ਦਾ ਮਤਲਬ ਕਮਲਾ, ਝੱਲਾ। ਸਾਰ ਦਾ ਮਤਲਬ ਕਦਰ, ਸੂਝ। ਗੁਰੂ ਤੋਂ ਬਿਨਾ ਜਗਤ ਕਮਲਾ ਹੋ ਰਿਹਾ ਹੈ, ਝੱਲਾ ਹੋ ਰਿਹਾ ਹੈ, ਕਿਉਂਕਿ ਗੁਰੂ ਤੋਂ ਬਿਨਾ ਪ੍ਰਭੂ ਦੇ ਹੁਕਮ ਦੀ ਸਮਝ ਨਹੀਂ ਆਉਂਦੀ, ਸਾਰ ਨਹੀਂ ਪੈਂਦੀ, ਕਦਰ ਨਹੀਂ ਪੈਂਦੀ। ਗੁਰੂ ਦੇ ਦੱਸੇ ਰਾਹ ਤੇ ਜਦੋਂ ਬੰਦਾ ਚੱਲਦਾ ਹੈ ਨਾ, ਜਦੋਂ ਗੁਰੂ ਦਾ ਗਿਆਨ ਮਿਲਦਾ ਹੈ, ਉਦੋਂ ਇਹਨੂੰ ਫਿਰ ਹੁਕਮ ਦੀ ਸਮਝ ਪੈਂਦੀ ਹੈ। ਉਦੋਂ ਇਹ ਕਦਰ ਕਰਦਾ ਹੈ ਕਿ ਰੱਬੀ ਰਜ਼ਾ ਦੇ ਅੰਦਰ ਜੀਣਾ ਕਿੰਨਾ ਮਹਾਨ ਹੈ। ਉਦੋਂ ਇਹਨੂੰ ਗੁਣਾਂ ਦੀ ਕਦਰ ਪੈਂਦੀ ਹੈ ਕਿ ਗੁਣਾਂ ਵਾਲਾ ਜੀਵਨ ਕਿੰਨਾ ਸੁਖੀ ਔਰ ਸ਼ਾਂਤ ਕਰਨ ਵਾਲਾ ਹੈ। ਤੇ ਜਦੋਂ ਤੱਕ ਕਿ ਬੰਦਾ ਗੁਰੂ ਦੇ ਚਰਨਾਂ ਦੀ ਸ਼ਰਨ ਨਹੀਂ ਲੈਂਦਾ, ਉਦੋਂ ਤੱਕ ਇਹ ਝੱਲਾ ਹੋਇਆ ਫਿਰਦਾ ਹੈ। ਤੇ ਝੱਲੇ ਬਾਰੇ ਆਪਾਂ ਪਹਿਲਾਂ ਬਹੁਤ ਵਾਰ ਵਿਚਾਰ ਕਰ ਚੁੱਕੇ ਹਾਂ। ਉਹ ਬੰਦਾ ਜਿਸ ਨੂੰ ਆਪਣੀ ਜ਼ਿੰਦਗੀ ਦੇ ਗੋਲ ਦਾ ਹੀ ਨਹੀਂ ਪਤਾ, ਜਿਸ ਨੂੰ ਆਪਣੇ ਬੋਲਾਂ ਦੇ ਰਿਜ਼ਲਟ ਦਾ ਨਹੀਂ ਪਤਾ ਕਿ ਇਹਦਾ ਰਿਜ਼ਲਟ ਕੀ ਨਿਕਲੇਗਾ, ਜਿਹਦਾ ਆਪਣੇ ਜੀਵਨ ਦਾ ਕੋਈ ਮਨੋਰਥ ਹੀ ਨਹੀਂ ਹੈ ਤੇ ਬਿਨਾਂ ਮਨੋਰਥ ਤੋਂ ਹੀ ਜ਼ਿੰਦਗੀ ਜੀਵੀ ਜਾ ਰਿਹਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਤੋਂ ਬਿਨਾਂ ਜਗਤ ਝੱਲਾ ਹੋਇਆ ਫਿਰਦਾ ਹੈ ਔਰ ਇਸ ਨੂੰ ਪ੍ਰਭੂ ਦੇ ਹੁਕਮ ਦੀ ਸੂਝ ਔਰ ਸਮਝ ਅਤੇ ਸਾਰ ਨਹੀਂ ਹੈ। ਔਰ ਕਿੰਨੀ ਵੱਡੀ ਇੱਕ ਕੌੜੀ ਸਚਾਈ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਜੇ ਸਿੱਖ ਆਪ ਪੜ੍ਹਦਾ, ਆਪ ਵਿਚਾਰਦਾ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਂਦਾ, ਤਾਂ ਫਿਰ ਉਹਨੂੰ ਡੇਰਿਆਂ ਤੇ, ਮੜੀਆਂ ਤੇ, ਕਬਰਾਂ ਤੇ ਭਟਕਣ ਦੀ ਜ਼ਰੂਰਤ ਨਹੀਂ ਸੀ ਨਾ ਪੈਣੀ। ਫਿਰ ਅਵਰਤਨ ਰਾਤੇ ਸਰਾਤ ਤੇ ਜਿੰਨੇ ਵੀ ਆ ਕਰਮ ਕਾਂਡ, ਤੀਰਥ ਯਾਤਰਾਵਾਂ ਤੇ ਵਿਖਾਵੇ ਦੀ ਪਾਠ ਪੂਜਾ ਤੇ ਜੋ ਵੀ ਆ ਕਰਮ ਕਾਂਡ ਕੀਤੇ ਜਾ ਰਹੇ ਨੇ, ਇਹਨਾਂ ਦੀ ਲੋੜ ਹੀ ਨਹੀਂ ਸੀ ਪੈਣੀ। ਪਰ ਇਸ ਚੀਜ਼ ਦੀ ਸਮਝ ਨਹੀਂ ਆਈ ਤਾਂ ਜਗਤ ਬੋਰਾ ਹੋਇਆ ਫਿਰਦਾ ਹੈ। ਸਤਿਗੁਰ ਸੇਵਹਿ ਸੇ ਪਰਵਾਨ, ਜਿਨ ਜੋਤੀ ਜੋਤ ਮਿਲਾਈ। ਸਤਿਗੁਰ ਸੇਵੈ, ਸੇਵੈ ਦਾ ਮਤਲਬ ਸੇਵਦੇ ਨੇ, ਜੋ ਗੁਰੂ ਆਸ਼ੇ ਅਨੁਸਾਰ ਜ਼ਿੰਦਗੀ ਜੀਂਦੇ ਨੇ, ਜੋ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਫੋਲੋ ਕਰਦੇ ਨੇ। ਸੇ ਪ੍ਰਵਾਨ, ਉਹ ਰੱਬ ਦੇ ਦਰ ਤੇ ਪ੍ਰਵਾਨ ਨੇ, ਉਹ ਗੁਰੂ ਦੇ ਦਰ ਤੇ ਪ੍ਰਵਾਨ ਨੇ, ਉਹ ਸੰਸਾਰ ਨੂੰ ਵੀ ਪ੍ਰਵਾਨ ਨੇ। ਤੇ ਕੌਣ ਸੇਵਦੇ ਨੇ ਸਤਿਗੁਰ ਨੂੰ? ਜਿਨ ਜੋਤੀ ਜੋਤ ਮਿਲਾਈ। ਜੋਤੀ ਜੋਤ ਮਿਲਾਈ ਦਾ ਮਤਲਬ ਜਿਨ੍ਹਾਂ ਨੇ ਗੁਰੂ ਦੀ ਜੋਤ ਵਿੱਚ ਆਪਣੀ ਜੋਤ ਮਿਲਾ ਦਿੱਤੀ। ਇੱਥੇ ਜੋਤ ਦਾ ਮਤਲਬ ਹੈ ਸੋਚ, ਜਿਨ੍ਹਾਂ ਨੇ ਆਪਣੀ ਸੋਚ ਨੂੰ ਗੁਰੂ ਦੀ ਸੋਚ ਵਿੱਚ ਮਿਲਾ ਦਿੱਤਾ, ਜਿਨ੍ਹਾਂ ਨੇ ਆਪਣੀ ਸੋਚ ਛੱਡ ਦਿੱਤੀ ਔਰ ਗੁਰੂ ਦੀ ਸੋਚ ਨੂੰ ਅਪਣਾ ਲਿਆ, ਗੁਰੂ ਦੇ ਦੱਸੇ ਰਾਹਾਂ ਤੇ ਚੱਲੇ, ਆਪਣੀ ਸੋਚ ਨੂੰ ਗੁਰੂ ਦੀ ਸੋਚ ਵਿੱਚ ਮਿਲਾ ਦਿੱਤਾ। ਉਹ ਲੋਕ ਰੱਬ ਦੇ ਦਰ ਤੇ ਪ੍ਰਵਾਨ ਹੋ ਗਏ, ਉਹ ਲੋਕ ਗੁਰੂ ਦੇ ਦਰ ਤੇ ਪ੍ਰਵਾਨ ਹੋ ਗਏ, ਉਹ ਗੁਰੂ ਦਾ ਰੂਪ ਹੋ ਗਏ। ਹੁਣ ਪੰਜ ਪਿਆਰੇ ਨੇ, ਉਹਨਾਂ ਨੇ ਆਪਣੀ ਸੋਚ ਮਿਲਾ ਦਿੱਤੀ, ਗੁਰੂ ਦੀ ਸੋਚ ਵਿੱਚ ਪ੍ਰਵਾਨ ਹੋ ਗਏ। ਗੁਰੂ ਅੰਗਦ ਸਾਹਿਬ ਜੀ ਨੇ
ਉਹਨਾਂ ਨੇ ਆਪਣੀ ਸੋਚ ਛੱਡ ਦਿੱਤੀ, ਗੁਰੂ ਦੀ ਸੋਚ ਵਿੱਚ ਸੋਚ ਮਿਲਾ ਦਿੱਤੀ, ਗੁਰੂ ਦੇ ਦੱਸੇ ਰਾਹਾਂ ਤੇ ਚੱਲੇ, ਪ੍ਰਵਾਨ ਹੋ ਗਏ, ਗੁਰੂ ਦਾ ਰੂਪ ਹੋ ਗਏ। ਤਾਂ ਗੱਲ ਤਾਂ ਸੋਚ ਦੀ ਹੈ। ਆਪਣੀ ਸੋਚ ਨੂੰ ਗੁਰੂ ਦੀ ਸੋਚ ਵਿੱਚ ਮਿਲਾ ਦੇਣ ਦਾ ਮਤਲਬ ਹੀ ਜੋਤ ਦੇ ਵਿੱਚ ਜੋਤ ਨੂੰ ਰਲਾ ਦੇਣਾ ਹੈ। ਸੋ ਸਾਹਿਬ ਸੋ ਸੇਵਕ ਤੇਹਾ ਜਿਸ ਭਾਣਾ ਮਨ ਵਸਾਈ। ਮਨ ਦਾ ਮਤਲਬ ਮਨ ਵਿੱਚ, ਜਿਸ ਮਨ ਦਾ ਮਤਲਬ ਜਿਹਦੇ ਮਨ ਵਿੱਚ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਮਨੁੱਖ ਨੂੰ ਪ੍ਰਭੂ ਆਪਣਾ ਭਾਣਾ ਮਨਾਉਂਦਾ ਹੈ, ਯਾਨੀ ਜਿਹੜਾ ਬੰਦਾ ਰੱਬ ਦੀ ਰਜ਼ਾ ਵਿੱਚ ਤੁਰਦਾ ਹੈ, ਉਹ ਸੇਵਕ ਉਹੋ ਜਿਹਾ ਹੋ ਜਾਂਦਾ ਹੈ ਜਿਹੋ ਜਿਹਾ ਰੱਬ ਆਪ ਹੈ। ਸੋ ਸਾਹਿਬ, ਜਿਹੋ ਜਿਹਾ ਮਾਲਕ ਰੱਬ ਆਪ ਹੈ। ਸੋ ਸੇਵਕ ਤੇਹਾ, ਉਸ ਰੱਬ ਦਾ ਸੇਵਕ ਵੀ ਉਹਦੇ ਵਰਗਾ, ਰੱਬ ਵਰਗਾ ਹੋ ਜਾਂਦਾ ਹੈ। ਕਿਹੜਾ ਸੇਵਕ ਹੋ ਜਾਂਦਾ ਹੈ? ਜਿਸ ਭਾਣਾ ਮਨ ਵਸਾਈ, ਜਿਹਦੇ ਮਨ ਵਿੱਚ ਪ੍ਰਭੂ ਆਪਣਾ ਭਾਣਾ ਵਸਾ ਦਿੰਦਾ ਹੈ, ਉਹ ਸੇਵਕ ਰੱਬ ਵਰਗਾ ਹੀ ਹੋ ਜਾਂਦਾ ਹੈ। ਤਾਂ ਇਹਦਾ ਮਤਲਬ ਰੱਬ ਦੀ ਭਗਤੀ ਕੀ ਹੋਈ? ਰੱਬ ਦੇ ਭਾਣੇ ਵਿੱਚ ਰਹਿਣਾ। ਰੱਬ ਦੇ ਨਾਲ ਮਿਲਾਪ ਦਾ ਸਾਧਨ ਕੀ ਹੋਇਆ? ਰੱਬ ਦੇ ਭਾਣੇ ਵਿੱਚ ਰਹਿਣਾ। ਜੇ ਰੱਬ ਵਰਗਾ ਹੋਣਾ ਚਾਹੁੰਦੇ ਹੋ ਤੇ ਰੱਬ ਦੀ ਰਜ਼ਾ ਦੇ ਵਿੱਚ ਤੁਰੋ। ਜੇ ਗੁਰੂ ਵਰਗੇ ਬਣਨਾ ਚਾਹੁੰਦੇ ਹੋ, ਗੁਰੂ ਵਿੱਚ ਮਿਲਣਾ ਚਾਹੁੰਦੇ ਹੋ, ਤਾਂ ਗੁਰੂ ਵਾਲੀ ਸੋਚ ਨੂੰ ਅਪਣਾਓ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਦੇਖੋ ਕਿੰਨਾ ਸੌਖਾ ਸਾਧਨ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜਾ ਬੰਦਾ ਪ੍ਰਭੂ ਦੇ ਹੁਕਮ ਨੂੰ ਮੰਨਦਾ ਹੈ, ਉਹ ਬੰਦਾ ਰੱਬ ਵਰਗਾ ਹੀ ਹੋ ਜਾਂਦਾ ਹੈ। ਆਪਣੇ ਭਾਣੇ ਕਹੋ ਕਿਨ ਸੁਖ ਪਾਇਆ, ਅੰਧਾ ਅੰਧ ਕਮਾਈ। ਕਿਨ ਦਾ ਮਤਲਬ ਕਿਸਨੇ, ਕਹੋ ਦਾ ਮਤਲਬ ਦੱਸੋ, ਅੰਧ ਦਾ ਮਤਲਬ ਅੰਨਪੁਣਾ, ਅੰਨਿਆਂ ਵਾਲੇ ਕੰਮ ਕਰਨ ਵਾਲਾ ਬੰਦਾ। ਆਪਣੇ ਭਾਣੇ ਦਾ ਮਤਲਬ ਆਪਣੇ ਭਾਣੇ ਵਿੱਚ ਤੁਰਨਾ, ਆਪਣੀ ਮਰਜ਼ੀ ਵਿੱਚ ਤੁਰਨਾ, ਗੁਰੂ ਦੇ ਕਹੇ ਬਚਨਾਂ ਤੇ ਅਮਲ ਨਹੀਂ ਕਰਨਾ, ਰੱਬੀ ਰਜ਼ਾ ਵਿੱਚ ਨਾ ਤੁਰਨਾ, ਆਪਣੀ ਮਰਜ਼ੀ ਮੁਤਾਬਕ ਕੰਮ ਕਰਨੇ, ਰੱਬੀ ਰਜ਼ਾ ਤੋਂ ਉਲਟ, ਗੁਰੂ ਦੀ ਮੱਤ ਤੋਂ ਉਲਟ। ਤਾਂ ਗੁਰੂ ਜੀ ਕਹਿੰਦੇ ਨੇ ਆਪਣੇ ਭਾਣੇ ਕਹੋ ਕਿਨ ਸੁਖ ਪਾਇਆ, ਕਿ ਦੱਸੋ, ਵਿਚਾਰੋ ਕਿ ਆਪਣੀ ਮਰਜ਼ੀ ਅਨੁਸਾਰ ਜ਼ਿੰਦਗੀ ਜੀ ਕੇ ਕਿਸੇ ਨੇ ਸੁਖ ਪਾਇਆ? ਇਹਦਾ ਮਤਲਬ ਨਹੀਂ ਪਾਇਆ। ਕੋਈ ਇੱਕ ਵੀ ਦੱਸੋ ਜਿਨਨੇ ਮਨ ਬਚਨ ਕਰਮ ਕਰਕੇ ਸੁਖ ਸ਼ਾਂਤੀ ਹਾਸਲ ਕੀਤੀ ਹੋਵੇ, ਜਿਹੜਾ ਬੰਦਾ ਰੱਬ ਵਰਗਾ ਹੋ ਗਿਆ ਹੋਵੇ, ਜਿਹਨੂੰ ਮਾਨਸਿਕ ਸ਼ਾਂਤੀ ਮਿਲੀ ਹੋਵੇ, ਆਪਣੀ ਮਰਜ਼ੀ ਮੁਤਾਬਕ ਆਪ ਹੁਦਰੇ ਜ਼ਿੰਦਗੀ ਜੀ ਕੇ, ਰੱਬੀ ਰਜ਼ਾ ਤੋਂ ਉਲਟ ਜ਼ਿੰਦਗੀ ਜੀ ਕੇ, ਕਹੋ ਕਿਨ ਸੁਖ ਪਾਇਆ? ਦੱਸੋ ਕਿਸ ਨੇ ਸੁਖ ਪਾਇਆ? ਨਹੀਂ ਪਾਇਆ। ਅੰਧਾ ਅੰਧ ਕਮਾਈ, ਪਰ ਅਗਿਆਨੀ ਅੰਨਾ ਬੰਦਾ, ਅਗਿਆਨੀ ਅੰਨਿਆਂ ਵਾਲੇ ਕਰਮ ਕਰੀ ਜਾਂਦਾ ਹੈ, ਆਪਣੀ ਮਰਜ਼ੀ ਮੁਤਾਬਕ ਜ਼ਿੰਦਗੀ ਜੀ ਵੀ ਜਾਂਦਾ ਹੈ, ਸੱਚ ਨੂੰ ਛੱਡ ਕੇ ਉਲਟੇ ਪਾਸੇ ਜ਼ਿੰਦਗੀ ਜੀ ਵੀ ਜਾਂਦਾ ਹੈ। ਵਿਖਿਆ ਕਦੇ ਹੀ ਰੱਜੈ ਨਾਹੀ, ਮੂਰਖ ਭੁੱਖ ਨਾ ਜਾਈ। ਮੂਰਖ ਭੁੱਖ ਦਾ ਮਤਲਬ ਮੂਰਖ ਦੀ ਭੁੱਖ, ਕਿਉਂਕਿ ਮੂਰਖ ਦੇ ਖੱਖੇ ਥੱਲੇ ਔਂਕੜ ਨਹੀਂ ਹੈ ਨਾ, ਮੂਰਖ ਦੀ ਭੁੱਖ। ਤਾਂ ਮੂਰਖ ਦੀ ਮਾਇਆ ਦੀ ਭੁੱਖ ਕਦੇ ਵੀ ਨਹੀਂ ਮਿਟਦੀ, ਤੇ ਮਾਇਆ ਕਦੇ ਰੱਜਦੀ ਨਹੀਂ, ਮਾਇਆ ਵਿੱਚ ਕਦੇ ਉਹ ਰੱਜਦਾ ਨਹੀਂ। ਵਿਖਿਆ ਕਦੇ ਹੀ ਰੱਜੇ ਨਾਹੀ, ਵਿਖਿਆ ਦਾ ਮਤਲਬ ਮਾਇਆ। ਮਾਇਆ ਦੀ ਸੋਚ ਕਰਕੇ ਬੰਦਾ ਕਦੇ ਰੱਜਦਾ ਨਹੀਂ, ਔਰ ਮੂਰਖ ਬੰਦੇ ਦੀ ਇਹ ਭੁੱਖ ਤ੍ਰਿਸ਼ਨਾ ਦੀ ਕਦੇ ਮੁੱਕਦੀ ਨਹੀਂ। ਤੇ ਮਾਇਆ ਦਾ ਮਤਲਬ ਪੈਸਾ ਨਹੀਂ ਹੈ, ਮਾਇਆ ਦਾ ਮਤਲਬ ਸੋਚ। ਉਹ ਸੋਚ ਜੋ ਬੰਦੇ ਨੂੰ, ਬੰਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਨ ਦਿੰਦੀ। ਉਹ ਸੋਚ ਜੋ ਬੰਦੇ ਦੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ। ਉਹ ਸੋਚ ਜਿਸ ਕਰਕੇ ਮੇਰ ਤੇਰ ਦੇ ਵਿਤਕਰੇ ਪੈਦਾ ਹੁੰਦੇ ਨੇ। ਐਸੀ ਸੋਚ ਦੀ ਜ਼ਿੰਦਗੀ ਜੀਵਿਆਂ ਕੀ ਬੰਦੇ ਦੇ ਅੰਦਰ ਕਦੇ ਰਜੇਵਾਂ ਆ ਸਕਦਾ ਹੈ? ਤਾਂ ਗੁਰੂ ਜੀ ਕਹਿੰਦੇ ਨੇ ਇਸ ਮਾਇਆ ਕਰਕੇ ਬੰਦਾ ਕਦੇ ਵੀ ਰੱਜਦਾ ਨਹੀਂ, ਔਰ ਮੂਰਖ ਮਨੁੱਖ ਦੀ ਜਿਹੜੀ ਵਿਕਾਰਾਂ ਦੀ ਔਰ ਧਨ ਆਦਿਕ ਦੀ ਭੁੱਖ ਹੈ, ਇਹ ਕਦੇ ਵੀ ਨਹੀਂ ਮਿਟਦੀ, ਤ੍ਰਿਸ਼ਨਾ ਕਦੇ ਨਹੀਂ ਮਿਟਦੀ। ਦੂਜੇ ਸਭ ਕੋ ਲਗ ਵਿਗੁੱਤਾ, ਬਿਨ ਸਤਿਗੁਰ ਬੂਝ ਨਾ ਪਾਈ। ਵਿਗੁੱਤਾ ਦਾ ਮਤਲਬ ਖੁਆਰ ਹੁੰਦਾ ਹੈ। ਸਭ ਕੋ ਦਾ ਮਤਲਬ ਹਰੇਕ ਜੀਵ, ਚਾਹੇ ਕੋਈ ਵੀ ਹੈ, ਕੋਈ ਗਰੀਬ ਹੈ, ਅਮੀਰ ਹੈ, ਪੜ੍ਹਿਆ ਹੈ, ਅਨਪੜ੍ਹ ਹੈ, ਰਾਜਾ ਹੈ, ਪਰਜਾ ਹੈ, ਜਿਹੜਾ ਵੀ ਬੰਦਾ ਇੱਕ ਨੂੰ ਛੱਡ ਕੇ ਦੂਜੇ ਪਾਸੇ ਲੱਗੇਗਾ, ਵਿਗੁੱਤਾ ਦਾ ਮਤਲਬ ਖੁਆਰ ਹੁੰਦਾ ਹੈ। ਤਾਂ ਮਾਇਆ ਵਿੱਚ ਲੱਗ ਕੇ, ਰੱਬੇ ਪਿਆਰ ਨੂੰ ਛੱਡ ਕੇ, ਦ્વੈਤ ਦੇ ਅੰਦਰ ਲੱਗ ਕੇ ਹਰ ਕੋਈ ਖੁਆਰ ਹੁੰਦਾ ਹੈ।
ਹਰ ਕੋਈ ਦੁਖੀ ਹੁੰਦਾ ਹੈ, ਖੁੰਝਦਾ ਹੈ ਅਸਲ ਜੀਵਨ ਤੋਂ। ਬਿਨ ਸਤਿਗੁਰ ਬੂਝ ਨਾ ਪਾਈ, ਤੇ ਗੁਰੂ ਤੋਂ ਬਿਨਾ ਇਸ ਗੱਲ ਦੀ ਸਮਝ ਵੀ ਨਹੀਂ ਆਉਂਦੀ ਕਿ ਮੈਂ ਮਾਇਆ ਕਰਕੇ ਖੁਆਰ ਹੋ ਰਿਹਾ। ਜਿੰਨੇ ਵੀ ਸਾਡੇ ਦੁੱਖ ਨੇ ਨਾ ਆਮ ਲੋਕਾਂ ਦੇ, ਆਮ ਜੋ ਬੰਦਾ ਹੈ ਦੂਜੇ ਦੇ ਉੱਤੇ ਥੋਪ ਰਿਹਾ ਹੈ ਦੁੱਖ ਕਿ ਮੈਂ ਦੂਜੇ ਕਰਕੇ ਦੁਖੀ ਹਾਂ, ਪਰ ਬੰਦੇ ਨੂੰ ਇਹ ਸਮਝ ਨਹੀਂ ਆ ਰਹੀ ਕਿ ਮੈਂ ਵਿਕਾਰਾਂ ਕਰਕੇ ਦੁਖੀ ਹਾਂ, ਮੈਂ ਆਪਣੀ ਸੋਚ ਕਰਕੇ ਦੁਖੀ ਹਾਂ, ਮੇਰੇ ਘਰ ਪਰਿਵਾਰ ਵਿੱਚ ਕਲੇਸ਼ ਹੈ ਤਾਂ ਉਹ ਸਾਡੇ ਔਗਣਾ ਕਰਕੇ, ਵਿਕਾਰਾਂ ਕਰਕੇ ਹੈ, ਮਾਇਆ ਕਰਕੇ ਹੈ, ਮਾਇਆ ਵਾਲੀ ਸੋਚ ਕਰਕੇ ਹੈ। ਗੁਰੂ ਤੋਂ ਬਿਨਾਂ ਇਸ ਚੀਜ਼ ਦੀ ਸਮਝ ਨਹੀਂ ਆਉਂਦੀ। ਗੁਰੂ ਸਾਨੂੰ ਸਮਝਾਉਂਦਾ ਹੈ ਕਿ ਸੱਚੇ ਰਾਹਾਂ ਤੇ ਚੱਲ ਕੇ ਸੁਖ ਸ਼ਾਂਤੀ ਮਿਲੇਗੀ, ਤਾਂ ਮਾਇਆ ਵਿੱਚ ਲੱਗ ਕੇ ਹਰ ਕੋਈ ਖੁਆਰ ਹੁੰਦਾ ਹੈ। ਗੁਰੂ ਤੋਂ ਬਿਨਾਂ ਸਮਝ ਨਹੀਂ ਪੈਂਦੀ ਕਿ ਇਹ ਮਾਇਆ, ਇਹ ਸਾਡੀ ਸੋਚ ਹੀ ਸਾਡੀ ਖੁਆਰੀ ਦਾ ਕਾਰਨ ਹੈ। ਸਤਿਗੁਰ ਸੇਵੇ ਸੋ ਸੁਖ ਪਾਏ, ਜਿਸ ਨੂੰ ਕਿਰਪਾ ਕਰੇ ਰਜ਼ਾਈ। ਇਹ ਰਜ਼ਾਈ ਸ਼ਬਦ ਦੇ ਜੱਜੇ ਦੇ ਪੈਰ ਥੱਲੇ ਬਿੰਦੀ ਲਗਾਣੀ ਹੈ, ਰਜ਼ਾਈ। ਹੁਣ ਸੁਖ ਕੌਣ ਪਾਉਂਦਾ ਹੈ? ਸਤਿਗੁਰ ਸੇਵੇ ਸੋ ਸੁਖ ਪਾਏ, ਜਿਸ ਕਿਰਪਾ ਕਰੇ ਰਜ਼ਾਈ। ਰਜ਼ਾ ਦਾ ਮਾਲਕ ਪ੍ਰਭੂ ਜਿਸ ਤੇ ਮਿਹਰ ਕਰਦਾ ਹੈ, ਉਹ ਗੁਰੂ ਦੇ ਦੱਸੇ ਅਨੁਸਾਰ ਜ਼ਿੰਦਗੀ ਜੀਂਦਾ ਹੈ, ਉਹ ਬੰਦਾ ਸੁਖ ਪਾਉਂਦਾ ਹੈ। ਸਤਿਗੁਰ ਸੇਵੇ ਦਾ ਮਤਲਬ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ, ਜੋ ਗੁਰੂ ਦੀ ਪਾਵਨ ਬਾਣੀ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦਾ ਹੈ, ਉਹ ਬੰਦਾ ਸੁਖ ਪਾਉਂਦਾ ਹੈ। ਤੇ ਗੁਰੂ ਦੇ ਰਜ਼ਾ ਭਾਣੇ ਵਿੱਚ ਉਹ ਤੁਰਦਾ ਹੈ ਜੋ ਪ੍ਰਭੂ ਦੀ ਰਹਿਮਤ ਦਾ ਪਾਤਰ ਬਣਦਾ ਹੈ, ਜਿਸ ਤੇ ਪ੍ਰਭੂ ਆਪ ਕਿਰਪਾ ਕਰਦਾ ਹੈ। ਸ਼ਲੋਕ ਮਹਿਲਾ ਪਹਿਲਾ। ਸਰਮ ਧਰਮ ਦੋਏ ਨਾਨਕਾ, ਜੇ ਧਨ ਪੱਲੇ ਪਾਏ। ਇਸ ਪੰਕਤੀ ਦੇ ਅਰਥ ਵਿਦਵਾਨਾਂ ਨੇ ਦੋ ਤਰ੍ਹਾਂ ਕੀਤੇ ਨੇ, ਥੋੜਾ ਜਿਹਾ ਮਤਭੇਦ ਹੈ। ਕੁਝ ਵਿਦਵਾਨਾਂ ਨੇ ਇਹਦੇ ਅਰਥ ਕੀਤੇ ਨੇ, ਭਾਈ ਸਾਹਿਬ ਸਿੰਘ ਜੀ ਇਸ ਦੇ ਅਰਥ ਇਹ ਕਰ ਰਹੇ ਨੇ ਕਿ ਸਰਮ ਧਰਮ ਦੋਏ ਨਾਨਕਾ, ਜੇ ਧਨ ਪੱਲੇ ਪਾਏ। ਪੱਲੇ ਪਾਏ ਦਾ ਮਤਲਬ ਜੇ ਮਿਲ ਜਾਏ। ਜੇ ਧਨ ਪੱਲੇ ਪਾਏ, ਜੋ ਸੰਸਾਰੀ ਲੋਕ ਨੇ ਉਹ ਇਹ ਸੋਚਦੇ ਨੇ ਕਿ ਜੇ ਮੇਰੇ ਪੱਲੇ ਧਨ ਪੈ ਜਾਏ, ਮੇਰੇ ਕੋਲ ਬਹੁਤ ਸਾਰਾ ਪੈਸਾ ਆ ਜਾਏ, ਤਾਂ ਸ਼ਰਮ ਔਰ ਧਰਮ ਇਹ ਦੋਵੇਂ ਚੀਜ਼ਾਂ ਮੈਨੂੰ ਮਿਲ ਜਾਣਗੀਆਂ। ਸ਼ਰਮ ਵੀ ਮਿਲ ਜਾਏਗੀ ਤੇ ਮੈਨੂੰ ਜਿਹੜਾ ਹੈ ਉਹ ਧਰਮ ਹੈ ਉਹ ਵੀ ਮਿਲ ਜਾਏਗਾ, ਮੈਂ ਧਰਮ ਵੀ ਕਮਾ ਸਕਾਂਗਾ। ਜਗਤ ਸਮਝਦਾ ਹੈ ਕਿ ਜੇ ਧਨ ਮਿਲ ਜਾਏ ਤਾਂ ਸ਼ਰਮ, ਇੱਜ਼ਤ ਵੀ ਬਣੀ ਰਹਿੰਦੀ ਹੈ ਔਰ ਧਰਮ ਵੀ ਕਮਾ ਸਕੀਦਾ ਹੈ। ਇਹ ਆਮ ਬੰਦਾ ਸੋਚਦਾ ਹੈ ਕਿ ਮੇਰੇ ਕੋਲ ਪੈਸਾ ਆ ਜਾਏ ਤਾਂ ਉਹਦੇ ਨਾਲ ਸ਼ਰਮ ਦਾ ਮਤਲਬ ਕਿ ਮੈਨੂੰ ਇੱਜ਼ਤ ਵੀ ਮਿਲੇਗੀ, ਧਰਮ ਦਾ ਮਤਲਬ ਮੈਂ ਧਰਮ ਵੀ ਕਮਾ ਸਕਾਂਗਾ, ਦਾਨ ਪੁੰਨ ਕਰ ਸਕਾਂਗਾ। ਇੱਕ ਅਰਥ ਤਾਂ ਇਹ ਕੀਤੇ ਨੇ, ਲੇਕਿਨ ਦੂਜੇ ਇਸ ਦੇ ਅਰਥ ਇਹ ਨੇ, ਸ਼ਰਮ ਧਰਮ ਦੋਏ ਨਾਨਕਾ, ਜੇ ਧਨ ਪੱਲੇ ਪਾਏ। ਜੇ ਧਨ ਪੱਲੇ ਪਾਏ ਦਾ ਮਤਲਬ ਜੇ ਨਾਮ ਧਨ ਪੱਲੇ ਪੈ ਜਾਏ, ਜੇ ਬੰਦੇ ਦੇ ਪੱਲੇ ਰੱਬੀ ਗੁਣ ਪੈ ਜਾਣ, ਰੱਬੀ ਗੁਣਾਂ ਦਾ ਧਾਰਨੀ ਹੋ ਜਾਏ, ਤਾਂ ਇਹਨੂੰ ਇੱਜ਼ਤ ਵੀ ਮਿਲਦੀ ਹੈ। ਸ਼ਰਮ ਦਾ ਮਤਲਬ ਇੱਜ਼ਤ ਤੇ ਧਰਮ ਦਾ ਮਤਲਬ ਫਿਰ ਇਹਨੂੰ ਧਰਮ ਵੀ ਮਿਲਦਾ ਹੈ, ਫਿਰ ਇਹ ਆਪਣੇ ਫਰਜ਼ਾਂ ਨੂੰ ਵੀ ਪੂਰੀਆਂ ਕਰਦਾ ਹੈ। ਤੇ ਜੇ ਨਾਮ ਧਨ ਪੱਲੇ ਨਹੀਂ ਹੈ, ਜੇ ਰੱਬੀ ਰਜ਼ਾ ਦੇ ਵਿੱਚ ਨਹੀਂ ਤੁਰਦਾ, ਜੇ ਰੱਬੀ ਗੁਣ ਨਹੀਂ ਹਨ, ਤਾਂ ਫਿਰ ਪੈਸਾ ਬੇਸ਼ੱਕ ਹੋਵੇ, ਨਾ ਇੱਜ਼ਤ ਰਹਿਣੀ ਹੈ, ਨਾ ਧਰਮ ਰਹਿਣਾ ਹੈ। ਅਸੀਂ ਦੇਖਦੇ ਹਾਂ ਪੈਸਾ ਹੈ ਮਲਕ ਭਾਗੋ ਦੇ ਕੋਲ, ਤੇ ਉਹ ਪੈਸੇ ਦੇ ਜ਼ੋਰ ਦੇ ਨਾਲ ਧਰਮ ਵੀ ਕਮਾ ਰਿਹਾ ਹੈ, ਯਾਨੀ ਦਾਨ ਪੁੰਨ ਕਰਦਾ ਹੈ ਪਿਆ, ਯੱਗ ਕਰ ਰਿਹਾ ਹੈ, ਹਵਨ ਕਰਾ ਰਿਹਾ ਹੈ, ਔਰ ਲੋਕ ਉਹਨੂੰ ਧਰਮੀ ਕਹਿ ਵੀ ਰਹੇ ਨੇ। ਲੇਕਿਨ ਧਨ ਦੇ ਜ਼ੋਰ ਦੇ ਨਾਲ ਬੰਦਾ ਧਰਮੀ ਨਹੀਂ ਬਣ ਸਕਦਾ ਜੇ ਸੱਚ ਨੂੰ ਆਧਾਰ ਨਹੀਂ ਉਹਨੇ ਬਣਾਇਆ। ਤੇ ਇੱਜ਼ਤ ਵੀ ਨਹੀਂ ਰਹੀ। ਜਦੋਂ ਆਮ ਸਭਾ ਦੇ ਵਿੱਚ ਕਹਿੰਦਾ ਹੈ ਕਿ ਮੇਰੇ ਇੰਨੇ 36 ਕਿਸਮ ਦੇ ਭੋਜਨ ਪਦਾਰਥ ਛੱਡ ਕੇ ਤੇ ਬਾਬਾ ਤੂੰ ਬੈਠਾ ਸੈਂ ਲਾਲੋ ਦੇ ਘਰ, ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਿਆਰਿਆ, ਲਾਲੋ ਦੇ ਘਰ ਵਿੱਚ ਤੇ ਕਿਰਤ ਹੈ, ਸੱਚ ਹੈ, ਦਇਆ ਹੈ, ਧਰਮ ਹੈ, ਇਨਸਾਨੀਅਤ ਹੈ, ਪਿਆਰ ਹੈ, ਮੁਹੱਬਤ ਹੈ, ਤੇ ਤੇਰੇ ਆ ਪੂੜੇ ਤੇ ਗਰੀਬਾਂ ਦੇ ਖੂਨ ਵਿੱਚ ਤਲੇ ਨੇ, ਤਾਂ ਫਿਰ ਇੱਜ਼ਤ ਕਿੱਥੇ ਰਹਿ ਗਈ? ਇਸ ਲਈ ਜੇ ਸ਼ੁਭ ਗੁਣ ਪੱਲੇ ਪੈ ਜਾਣ ਤਾਂ ਹੀ ਜ਼ਿੰਦਗੀ ਦੇ ਅੰਦਰ ਸ਼ਰਮ ਔਰ ਧਰਮ ਹੈ। ਸੋ ਤਨ ਮਿੱਤਰ ਨਾ ਕਾਂਢੀਐ, ਜਿਤ ਸਿਰ ਚੋਟਾਂ ਖਾਏ। ਕਾਂਢੀਏ ਦਾ ਮਤਲਬ ਕਿਹਾ ਜਾਂਦਾ ਹੈ, ਜਿਤ ਦਾ ਮਤਲਬ ਜਿਸ ਧਨ ਦੀ ਰਾਹੀਂ, ਸਿਰ ਦਾ ਮਤਲਬ ਸਿਰ ਉੱਤੇ, ਖਾਏ ਦਾ ਮਤਲਬ ਸਹਾਰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਧਨ ਦੇ ਕਾਰਨ ਸਿਰ ਤੇ ਚੋਟਾਂ ਪੈਣ, ਉਸ ਧਨ ਨੂੰ ਮਿੱਤਰ ਨਹੀਂ ਕਿਹਾ ਜਾ ਸਕਦਾ।
ਜਿਹੜੇ ਧਨ ਕਰਕੇ ਚੋਟਾਂ ਪੈਣ। ਹੁਣ ਜੇ ਕੋਈ ਪਾਪ ਵਿਕਾਰ ਕਰਕੇ, ਅਪਰਾਧ ਕਰਕੇ ਪੈਸਾ ਬਹੁਤ ਸਾਰਾ ਇਕੱਠਾ ਕਰ ਲੈ, 2 ਨੰਬਰ ਦੇ ਧੰਦੇ ਕਰਕੇ ਪੈਸਾ ਇਕੱਠਾ ਕਰ ਲੈ, ਤਾਂ ਉਹ ਧਨ ਮਿੱਤਰਤਾ ਨਹੀਂ ਹੈ। ਇਸ ਤਰ੍ਹਾਂ ਦਾ ਪੈਸਾ ਇਕੱਠਾ ਕੀਤਾ ਇਨਸਾਨੀਅਤ ਤਾਂ ਪੈਦਾ ਨਹੀਂ ਕਰੇਗਾ ਨਾ, ਉਹਦੇ ਕਰਕੇ ਮਾਣ ਆਦਰ ਸਤਿਕਾਰ ਤਾਂ ਨਹੀਂ ਮਿਲੇਗਾ ਨਾ। ਬੇਸ਼ੱਕ ਝੂਠੀ ਇੱਜ਼ਤ ਬੰਦਾ ਬਣਾ ਵੀ ਲੈ, ਪਰ ਜਦੋਂ ਕੁਝ ਗਰੀਬ ਆਣ ਕੇ ਰੋਣਗੇ ਕਿ ਇਹਨੇ ਤੇ ਸਾਡੀ ਪ੍ਰਾਪਰਟੀ ਦਵਾਈ ਹੈ ਜਾਂ ਕੁਛ, ਤਾਂ ਉਹ ਧਨ ਮਿੱਤਰ ਨਹੀਂ ਹੈ, ਉਹ ਧਨ ਆਤਮਿਕ ਜੀਵਨ ਦਾ ਸਾਥੀ ਨਹੀਂ ਹੈ, ਸਗੋਂ ਉਹਦੇ ਕਰਕੇ ਤਾਂ ਮਾਨਸਿਕ ਪਰੇਸ਼ਾਨੀਆਂ ਹੁੰਦੀਆਂ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਧਨ ਦੇ ਕਾਰਨ ਸਿਰ ਤੇ ਚੋਟਾਂ ਪੈਣ, ਉਹ ਧਨ ਮਿੱਤਰ ਨਹੀਂ ਹੋ ਸਕਦਾ, ਉਹ ਜੀਵਨ ਦੇ ਅੰਦਰ ਆਤਮਿਕ ਜੀਵਨ ਵਿੱਚ ਸਹਾਇਕ ਨਹੀਂ ਹੈ। ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਨ੍ਹਾਂ ਦੇ ਪਾਸ ਧਨ ਹੈ ਉਹਨਾਂ ਦਾ ਨਾਮ ਫਕੀਰ ਹੈ, ਕੰਗਾਲ ਨੇ। ਇਹ ਚੀਜ਼ ਸਮਝਣ ਵਾਲੀ ਹੈ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਜੀ ਧਨ ਨੂੰ ਨਕਾਰ ਰਹੇ ਨੇ। ਗੱਲ ਇਹ ਹੈ ਕਿ ਜਿਨਨੇ ਆਪਣੀ ਜ਼ਿੰਦਗੀ ਦਾ ਗੋਲ ਸਿਰਫ ਦੁਨਿਆਵੀ ਪਦਾਰਥਾਂ ਨੂੰ ਹੀ ਬਣਾ ਲਿਆ, ਪਰ ਸਤ ਸੰਤੋਖ ਦਇਆ ਧਰਮ ਆਦਿਕ ਨੂੰ ਤਿਆਗ ਦਿੱਤਾ ਹੈ, ਇਨਸਾਨੀਅਤ ਨੂੰ ਤਿਆਗ ਦਿੱਤਾ ਹੈ। ਜਿਨਨੇ ਆਪਣੇ ਜੀਵਨ ਦਾ ਗੋਲ ਸਿਰਫ ਧਨ ਦੌਲਤ ਨੂੰ ਬਣਾ ਲਿਆ ਹੈ ਔਰ ਉਹਦੇ ਪੱਲੇ ਸ਼ੁਭ ਗੁਣ ਨਹੀਂ ਹਨ, ਤਾਂ ਗੁਰੂ ਜੀ ਕਹਿੰਦੇ ਨੇ ਉਹ ਅਸਲੀ ਕੰਗਾਲ ਹੈ। ਉਹਨੂੰ ਅਸੀਂ ਰੱਜਿਆ ਸ਼ਾਹੂਕਾਰ ਨਹੀਂ ਕਹਿ ਸਕਦੇ। ਜਿਨ੍ਹਾਂ ਦੇ ਕੋਲ ਸਿਰਫ ਦੁਨਿਆਵੀ ਧਨ ਹੈ, ਸ਼ੁਭ ਗੁਣ ਨਹੀਂ, ਉਹ ਫਕੀਰ ਨੇ, ਉਹ ਕੰਗਾਲ ਨੇ। ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਗੁਣੀ ਗਹੀਰ ਦਾ ਮਤਲਬ ਗੁਣਾਂ ਦੇ ਸਮੁੰਦਰ। ਪਰ हे ਪ੍ਰਭੂ, ਜਿਨ੍ਹਾਂ ਦੀ ਸੋਚ ਅੰਦਰ ਤੂੰ ਵਸਦਾ ਹੈ, ਜਿਨ੍ਹਾਂ ਦੀ ਸੋਚ ਅੰਦਰ ਤੇਰੇ ਗੁਣ ਵਸਦੇ ਨੇ, ਉਹ ਇਨਸਾਨ ਗੁਣਾਂ ਦੇ ਗਹਿਰੇ ਸਾਗਰ ਨੇ, ਗੁਣਾਂ ਦੇ ਗਹਿਰੇ ਸਾਗਰ। ਔਰ ਇਹ ਹਕੀਕਤ ਹੈ, ਇੱਕ ਬੜੀ ਕੌੜੀ ਸੱਚਾਈ ਹੈ ਕਿ ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਸਤ ਸੰਤੋਖ ਦਇਆ ਧਰਮ ਆਦਿਕ ਸ਼ੁਭ ਗੁਣ ਨੇ, ਜੇ ਉਹਨਾਂ ਦੇ ਕੋਲ ਪੈਸਾ ਘੱਟ ਵੀ ਹੈ ਨਾ, ਤਾਂ ਵੀ ਉਹ ਸੁਖੀ ਔਰ ਸ਼ਾਂਤ ਨੇ, ਮਹਾਨ ਨੇ, ਉਹ ਵੰਡ ਕੇ ਛਕਦੇ ਨੇ। ਪਰ ਜੇ ਕਿਸੇ ਦੀ ਜ਼ਿੰਦਗੀ ਦੇ ਅੰਦਰ ਪੈਸਾ ਤੇ ਬਹੁਤ ਹੈ, ਪਰ ਉਹਦੇ ਜੀਵਨ ਵਿੱਚ ਸਤ ਸੰਤੋਖ ਨਹੀਂ, ਉੱਚਾ ਆਚਰਣ ਨਹੀਂ, ਚੰਗਾ ਕਰੈਕਟਰ ਨਹੀਂ, ਤਾਂ ਉਹ ਕੰਗਾਲ ਨੇ, ਉਹ ਦੁਖੀ ਔਰ ਅਸ਼ਾਂਤ ਨੇ। ਗੁਰੂ ਰਹਿਮਤ ਕਰਨ ਕਿ ਐਸ ਅਮੀਰੀ ਔਰ ਗਰੀਬੀ ਨੂੰ ਬੰਦਾ ਸਮਝੇ ਔਰ ਬੰਦਾ ਐਸ ਅਮੀਰੀ ਨੂੰ ਅਪਣਾਉਣ ਦਾ ਯਤਨ ਕਰੇ। ਮਹਿਲਾ ਪਹਿਲਾ। ਦੁਖੀ ਦੁਨੀ ਸਹੇੜੀਐ ਜਾਏ ਤਾਂ ਲੱਗੈ ਦੁੱਖ। ਦੁਨੀ ਦਾ ਮਤਲਬ ਦੁਨੀਆ, ਮਾਇਆ ਦਾ, ਮਾਇਆ ਯਾਨੀ ਸਹੇੜੀਏ ਦਾ ਮਤਲਬ ਸਹੇੜੀ ਜਾਂਦੀ ਹੈ, ਵਿਹਾਜੀ ਜਾਂਦੀ ਹੈ। ਦੁੱਖ ਸਹਿ ਸਹਿ ਕੇ ਧਨ ਇਕੱਠਾ ਕਰੀਦਾ। ਦੁਖੀ ਦੁਨੀ ਸਹੇੜੀਏ ਦਾ ਮਤਲਬ ਦੁੱਖ ਸਹਾਰ ਸਾਰ ਕੇ ਮਾਇਆ ਇਕੱਠੀ ਕਰਦਾ ਹੈ ਬੰਦਾ, ਧਨ ਦੌਲਤ। ਜਾਏ ਤਾਂ ਲੱਗੇ ਦੁੱਖ, ਤੇ ਜਦੋਂ ਇਹ ਗੁਆਚਦੀ ਹੈ ਉਦੋਂ ਬੰਦੇ ਨੂੰ ਦੁੱਖ ਲੱਗਦਾ ਹੈ। ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ। ਗੁਰੂ ਜੀ ਕਹਿੰਦੇ ਨੇ, ਹੇ ਭਾਈ, ਪ੍ਰਭੂ ਦੇ ਸੱਚੇ ਹੁਕਮ ਤੋਂ ਬਿਨਾ, ਪ੍ਰਭੂ ਦੀ ਸੱਚੀ ਰਜ਼ਾ ਭਾਣੇ ਸ਼ੁਭ ਗੁਣਾ ਤੋਂ ਬਿਨਾ ਕਦੇ ਵੀ ਕਿਸੇ ਦੀ ਤ੍ਰਿਸ਼ਨਾ ਨਹੀਂ ਮਿਟਦੀ, ਕਦੇ ਵੀ ਕਿਸੇ ਦੀ ਭੁੱਖ ਨਹੀਂ ਉਤਰਦੀ, ਚਾਹੇ ਦੁਨਿਆਵੀ ਪਦਾਰਥ ਕਿੰਨੇ ਵੀ ਆ ਜਾਣ। ਜਦੋਂ ਤੱਕ ਬੰਦਾ ਰੱਬ ਦੀ ਰਜ਼ਾ ਨੂੰ ਨਹੀਂ ਸਮਝਦਾ, ਰੱਬੀ ਗੁਣਾਂ ਨੂੰ ਨਹੀਂ ਸਮਝਦਾ, ਉਦੋਂ ਤੱਕ ਕਦੇ ਵੀ ਕਿਸੇ ਦੀ ਤ੍ਰਿਸ਼ਨਾ ਨਹੀਂ ਮੁੱਕਦੀ। ਰੂਪੀ ਭੁੱਖ ਨਾ ਉਤਰੇ ਜਾਂ ਦੇਖਾਂ ਤਾਂ ਭੁੱਖ। ਰੂਪੀ ਦਾ ਮਤਲਬ ਰੂਪਾਂ ਦੀ ਰਾਹੀਂ, ਰੂਪ ਨੂੰ ਵੇਖ ਵੇਖ ਕੇ। ਰੂਪ ਵੇਖਣ ਦੇ ਨਾਲ ਰੂਪ ਵੇਖਣ ਦੀ ਤ੍ਰਿਸ਼ਨਾ ਨਹੀਂ ਜਾਂਦੀ, ਸਗੋਂ ਜਿਵੇਂ ਜਿਵੇਂ ਰੂਪ ਨੂੰ ਬੰਦਾ ਵੇਖਦਾ ਹੈ ਤਿਵੇਂ ਤਿਵੇਂ ਤ੍ਰਿਸ਼ਨਾ ਹੋਰ ਵੱਧਦੀ ਹੈ। ਉਹ ਚਾਹੇ ਜੀਵ ਜਨਤਾ ਦਾ ਰੂਪ ਹੈ, ਚਾਹੇ ਉਹ ਪਸ਼ੂ ਪੰਛੀਆਂ ਦਾ ਰੂਪ ਹੈ, ਜਾਂ ਸੰਸਾਰ ਦਾ ਸੁੰਦਰ ਸਰੂਪ ਹੈ, ਜਾਂ ਕਾਮ ਵਾਸਨਾਵਾਂ ਕਰਕੇ ਇਸਤਰੀ ਦਾ ਸਰੂਪ ਹੈ, ਬੰਦੇ ਦਾ ਸਰੂਪ ਹੈ। ਗੁਰੂ ਜੀ ਕਹਿੰਦੇ ਨੇ ਕੇਵਲ ਰੂਪ ਵੇਖ ਵੇਖ ਕੇ ਭੁੱਖ ਨਹੀਂ ਉਤਰਦੀ, ਜਿਵੇਂ ਜਿਵੇਂ ਬੰਦਾ ਹੋਰ ਹੋਰ ਵੇਖਦਾ ਹੈ, ਹੋਰ ਹੋਰ ਭੁੱਖ ਪੈਦਾ ਹੁੰਦੀ ਹੈ। ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ। ਰਸ ਦਾ ਮਤਲਬ ਚਸਕੇ। ਜਿੰਨੇ ਵੀ ਸਰੀਰ ਦੇ ਚਸਕੇ ਨੇ ਓਨੇ ਹੀ ਵਧੇਕ ਬੰਦੇ ਨੂੰ ਦੁੱਖ ਲੱਗਦੇ ਨੇ। ਹੁਣ ਜਿੰਨੇ ਚਸਕੇ ਵਧਾ ਲਓਗੇ, ਓਨੇ ਚਸਕਿਆਂ ਦੇ ਪਿੱਛੇ ਫਿਰੋਗੇ, ਤੇ ਜੇ ਉਹ ਪੂਰੇ ਨਾ ਹੋਣਗੇ ਤੇ ਬੰਦਾ ਦੁਖੀ ਹੋਵੇਗਾ। ਬੰਦੇ ਦੀਆਂ ਲੋੜਾਂ ਘੱਟ ਨੇ, ਚਸਕੇ ਜ਼ਿਆਦਾ, ਤਾਂ ਜਿੰਨੇ ਚਸਕੇ ਓਨੀ ਅਸ਼ਾਂਤੀ, ਓਨੇ ਦੁੱਖ। ਮਹਿਲਾ ਪਹਿਲਾ।
ਅੰਧੀ ਕੰਮੀ ਅੰਧ ਮਨ, ਮਨ ਅੰਧੈ ਤਨ ਅੰਧ। ਅੰਧੀ ਕੰਮੀ ਦਾ ਮਤਲਬ ਉਹਨਾਂ ਕੰਮਾਂ ਦੇ ਕਾਰਨ ਜੋ ਵਿਚਾਰ ਹੋ ਕੇ ਕੀਤੇ, ਵਿਚਾਰਹੀਣ ਹੋ ਕੇ ਕੀਤੇ ਜਾਣ, ਅਗਿਆਨਤਾ ਭਰੇ ਕਰਮ। ਅੰਧ ਮਨ ਦਾ ਮਤਲਬ ਅੰਨਾ, ਵਿਚਾਰ ਤੋਂ ਸਖਣਾ ਮਨ। ਤਨ ਅੰਧ ਦਾ ਮਤਲਬ ਸਾਰੇ ਗਿਆਨ ਇੰਦਰੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਵੇਂ ਜਿਵੇਂ ਵਿਚਾਰਹੀਣ ਹੋ ਕੇ ਮੰਦੇ ਕੰਮ ਕੀਤੇ ਜਾਣ, ਤਿਵੇਂ ਤਿਵੇਂ ਮਨ ਅੰਨਾ ਯਾਨੀ ਵਿਚਾਰਾਂ ਤੋਂ ਸਖਣਾ ਹੁੰਦਾ ਜਾਂਦਾ ਹੈ। ਤੇ ਮਨ ਵਿਚਾਰਹੀਣ ਹੋਇਆ, ਜੇ ਮਨ ਵਿਚਾਰਹੀਣ ਹੋਇਆ ਤਾਂ ਇੰਦਰੇ ਵੀ ਅੰਨੇ ਹੋ ਜਾਂਦੇ ਨੇ, ਯਾਨੀ ਅੱਖਾਂ ਕੰਨ ਆਦਿਕ ਇਹ ਵੀ ਫਿਰ ਵਿਕਾਰਾਂ ਵਾਲੇ ਪਾਸੇ ਜਾਂਦੇ ਨੇ। ਤਾਂ ਜਿਵੇਂ ਜਿਵੇਂ ਬੰਦਾ ਵਿਚਾਰਹੀਣ ਹੋ ਕੇ, ਸ਼ੁਭ ਗੁਣਾਂ ਤੋਂ ਸਖਣਾ ਹੋ ਕੇ ਜ਼ਿੰਦਗੀ ਜੀਂਦਾ ਹੈ, ਇਹਦਾ ਮਨ ਵੀ ਵਿਚਾਰਹੀਣ ਹੋਈ ਜਾਂਦਾ ਹੈ, ਅਗਿਆਨਤਾ ਭਰਿਆ ਹੋ ਜਾਂਦਾ ਹੈ। ਤੇ ਅਗਿਆਨਤਾ ਭਰੇ ਮਨ ਕਰਕੇ ਗਿਆਨ ਦੇ ਜੋ ਸਰੀਰ ਦੇ ਜੋ ਗਿਆਨ ਇੰਦਰੇ ਨੇ ਉਹ ਵੀ ਸਾਰੇ ਵਿਕਾਰ ਕਮਾਉਂਦੇ ਨੇ। ਚਿੱਕੜ ਲਾਏ ਕਿਆ ਥੀਐ, ਜਾਂ ਟੁੱਟੇ ਪੱਥਰ ਬੰਧ। ਪੱਥਰ ਬੰਧ ਦਾ ਮਤਲਬ ਪੱਥਰਾਂ ਦਾ ਬੰਨ, ਪੱਥਰਾਂ ਦਾ ਬੰਨ ਬਣਾਇਆ ਹੋਵੇ। ਟੁੱਟੇ ਦਾ ਮਤਲਬ ਜੇ ਉਹ ਟੁੱਟ ਜਾਏ, ਪਾਣੀ ਦਾ ਹੜ ਆਏ ਤੇ ਪੱਥਰਾਂ ਦਾ ਬੰਨ ਬਣਾਇਆ ਟੁੱਟ ਜਾਏ, ਤੇ ਫਿਰ ਬੰਦਾ ਉਸ ਪੱਥਰਾਂ ਦੇ ਬੰਨ ਦੀ ਥਾਂ ਤੇ ਚਿੱਕੜ ਲਾਣਾ ਚੁੱਕੇ, ਵੀ ਬੁੱਕ ਭਰ ਕੇ ਚਿੱਕੜ ਵਿੱਚ ਸੁੱਟੇ, ਬੁੱਕ ਭਰ ਕੇ ਚਿੱਕੜ ਸੁੱਟੇ, ਤਾਂ ਕਿ ਉਹ ਚਿੱਕੜ ਦੇ ਨਾਲ ਪਾਣੀ ਰੁਕ ਜਾਏਗਾ। ਜਿੱਥੇ ਪੱਥਰਾਂ ਦਾ ਬੰਨ ਨਹੀਂ ਖਲੋਤਾ ਉੱਥੇ ਚਿੱਕੜ ਦਾ ਬੰਨ ਕਿਵੇਂ ਰੁਕੇਗਾ? ਜਦੋਂ ਪੱਥਰਾਂ ਦਾ ਬੰਨ ਟੁੱਟ ਜਾਂਦਾ ਹੈ ਤਾਂ ਚਿੱਕੜ ਲਾਇਆ ਕੁਛ ਨਹੀਂ ਬਣਦਾ। ਤਾਂ ਇਸ ਚੀਜ਼ ਨੂੰ ਸਮਝ ਲੈਣਾ। ਹੁਣ ਪੱਥਰਾਂ ਦਾ ਮਜ਼ਬੂਤ ਬੰਨ ਕਿਹੜਾ ਹੈ? ਪ੍ਰਭੂ ਦਾ ਹੁਕਮ, ਰੱਬੀ ਗੁਣ। ਜੇ ਇਹ ਟੁੱਟ ਜਾਏ, ਟੁੱਟ ਜਾਏ ਦਾ ਮਤਲਬ ਜੇ ਬੰਦਾ ਰੱਬ ਦੇ ਹੁਕਮ ਨਾਲੋਂ ਆਪਣਾ ਸੰਬੰਧ ਤੋੜ ਲਵੇ, ਨਾਤਾ ਤੋੜ ਲੈ, ਰੱਬੀ ਗੁਣਾਂ ਨਾਲੋਂ ਆਪਣਾ ਸੰਬੰਧ ਤੋੜ ਲੈ, ਤਾਂ ਉਹ ਤ੍ਰਿਸ਼ਨਾ ਨੂੰ ਰੋਕਣ ਲਈ, ਦੁੱਖਾਂ ਨੂੰ ਰੋਕਣ ਵਾਸਤੇ ਫਿਰ ਚਿੱਕੜਾਂ ਦਾ ਬੰਨ ਲਾਵੇ। ਚਿੱਕੜ ਕੀ ਹੈਗਾ? ਜਿੰਨੇ ਕਰਮ ਕਾਂਡ ਨੇ, ਵਰਤਨ ਰਾਤੇ ਸਰਾਧ, ਪੀਰਾਂ ਕਬਰਾਂ ਤੇ ਦੀਵੇ ਜਗਾਣੇ, ਉਲਟੇ ਸਿੱਧੇ ਸਾਹ ਲੈਣੇ ਤੇ ਵਿਖਾਵੇ ਦੇ ਜਪ ਤਪ ਕਰਨੇ, ਮਾਲਾ ਫੇਰਨੀਆਂ, ਸਮਾਧੀਆਂ ਲਾਣੀਆਂ, ਇਹ ਚਿੱਕੜ ਦਾ ਬੰਦ। ਕਮਜ਼ੋਰ ਕਰਮ, ਹੋਰ ਆਸਰੇ, ਇਹਨਾਂ ਦੇ ਨਾਲ ਫਿਰ ਬੰਦੇ ਨੂੰ ਕਿਵੇਂ ਸ਼ਾਂਤੀ ਮਿਲੇ? ਤਾਂ ਫਿਰ ਚਿੱਕੜ ਲਾਇਆ ਕੁਛ ਨਹੀਂ ਬਣਦਾ। ਇਸ ਲਈ ਪ੍ਰਭੂ ਦਾ ਜੋ ਨਾਮ ਹੈ, ਹੁਕਮ ਹੈ, ਰੱਬੀ ਗੁਣ ਨੇ, ਉਹ ਇੱਕ ਮਜ਼ਬੂਤ ਬੰਨ ਹੈ, ਉਹਨੂੰ ਕਦੇ ਨਾ ਛੱਡੋ। ਬੰਧ ਟੁੱਟਾ ਬੇੜੀ ਨਹੀਂ, ਨਾ ਤੁਲਹਾ ਨਾ ਹਾਥ। ਤੁਲਹਾ ਦਾ ਮਤਲਬ ਹੌਲੀਆਂ ਹੌਲੀਆਂ ਲੱਕੜਾਂ ਦਾ ਬੰਨਿਆ ਹੋਇਆ ਗੱਠਾ, 5-10 ਲੱਕੜਾਂ ਬੰਨ ਕੇ ਨਾ ਇਕੱਠੀਆਂ, ਉਹਦੇ ਉੱਤੇ ਬੰਦੇ ਬਹਿ ਕੇ ਨਦੀ ਪਾਰ ਕਰਦੇ ਨੇ, ਉਹਨੂੰ ਕਹਿੰਦੇ ਨੇ ਤੁਲਹਾ। ਲੱਕੜਾਂ ਜਾਂ ਤਖਤਿਆਂ ਦਾ ਬਣਿਆ ਹੋਇਆ ਆਸਰਾ ਜੋ ਨਦੀ ਵਿੱਚ ਬੇੜੀ ਦਾ ਕੰਮ ਦਿੰਦਾ ਹੈ। ਬੇੜੀ ਦਾ ਮਤਲਬ ਬੇੜੀ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਬੰਨ ਟੁੱਟ ਗਿਆ, ਨਾ ਬੇੜੀ ਰਹੀ, ਨਾ ਤੁਲਹਾ ਰਿਹਾ, ਤੇ ਨਾ ਹੀ ਪਾਣੀ ਦੀ ਥਾਂ ਰਹਿੰਦੀ ਵੀ ਪਾਣੀ ਹੁਣ ਕਿੰਨਾ ਕੁ ਡੂੰਘਾ ਹੈ। ਜੇ ਬੰਨ ਟੁੱਟ ਜਾਏ ਤਾਂ ਉੱਥੇ ਨਾ ਹੁਣ ਕੋਈ ਬੇੜੀ ਕੰਮ ਕਰਦੀ ਹੈ ਪਈ, ਨਾ ਉੱਥੇ ਕੋਈ ਤੁਲਹਾ ਰਿਹਾ, ਨਾ ਕੁਛ ਰਿਹਾ, ਨਾ ਕੁਛ ਰਿਹਾ। ਬੰਨ ਦਾ ਮਤਲਬ ਜਦੋਂ ਰੱਬੀ ਰਜ਼ਾ ਦੇ ਨਾਲੋਂ ਅਸੀਂ ਟੁੱਟ ਗਏ, ਸ਼ੁਭ ਗੁਣਾਂ ਦੇ ਨਾਲੋਂ ਟੁੱਟ ਗਏ, ਤਾਂ ਫਿਰ ਉੱਥੇ ਜਿਹੜੀਆਂ ਸਾਡੀਆਂ ਬੇੜੀਆਂ ਨੇ, ਵਰਤਨ ਰਾਤੇ ਸਰਾਧ, ਇਹ ਕੋਈ ਕੰਮ ਨਹੀਂ ਕਰਦੀਆਂ। ਨਾ ਸਾਡੇ ਕੀਤੇ ਹੋਏ ਕਰਮ ਕਾਂਡ ਸਾਡਾ ਸਾਥ ਦਿੰਦੇ ਨੇ, ਔਰ ਨਾ ਹੀ ਫਿਰ ਬੰਦੇ ਨੂੰ ਪਤਾ ਲੱਗਦਾ ਵੀ ਕਿੰਨੇ ਵਿਕਾਰਾਂ ਦੇ ਡੂੰਘੇ ਪਾਣੀ ਚੋਂ ਕਿੱਧਰ ਨਿਕਲਣਾ ਹੈ। ਨਾਨਕ ਸੱਚੇ ਨਾਮ ਵਿਣ ਕੇਤੇ ਡੁੱਬੇ ਸਾਥ। ਸਾਥ ਦਾ ਮਤਲਬ ਕਾਫਲੇ, ਪੂਰਾਂ ਦੇ ਪੂਰ। ਸੱਚੇ ਨਾਮ ਵਿਣ ਦਾ ਮਤਲਬ ਪ੍ਰਭੂ ਦੇ ਸੱਚੇ ਹੁਕਮ ਤੋਂ ਬਿਨਾ, ਪ੍ਰਭੂ ਦੀ ਸਿਫਤ ਸਲਾਹ ਤੋਂ ਬਿਨਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋ ਸੱਚੇ ਪ੍ਰਭੂ ਦਾ ਹੁਕਮ ਹੈ, ਉਸ ਹੁਕਮ ਰਜ਼ਾ ਤੋਂ ਬਿਨਾ ਕਿੰਨੇ ਕਾਫਲਿਆਂ ਦੇ ਕਾਫਲੇ ਡੁੱਬ ਗਏ ਨੇ, ਕਾਫਲਿਆਂ ਦੇ ਕਾਫਲੇ ਡੁੱਬ ਗਏ ਨੇ। ਔਰ ਹਕੀਕਤ ਦੇਖ ਲਓ, ਦੁਨੀਆ ਦੇ ਅੰਦਰ ਪਰਿਵਾਰ ਟੁੱਟ ਰਹੇ ਨੇ, ਰਿਸ਼ਤੇ ਟੁੱਟ ਰਹੇ ਨੇ, ਮਿੱਤਰਤਾ ਵਿੱਚ ਦਰਾਰਾਂ ਪੈ ਰਹੀਆਂ ਨੇ, ਇੱਕ ਦੇਸ਼ ਦੂਜੇ ਦੇਸ਼ ਦਾ ਵੈਰੀ ਬਣਿਆ ਹੋਇਆ ਹੈ, ਬੰਦਾ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ, ਸਾਰਾ ਕੁਝ ਡੁੱਬਿਆ ਹੀ ਪਿਆ ਹੈ। ਕਾਫਲਿਆਂ ਦੇ ਕਾਫਲੇ ਡੁੱਬੇ ਪਏ ਨੇ ਵਿਕਾਰਾਂ ਵਿੱਚ, ਨੈਗੇਟਿਵਿਟੀ ਦੇ ਅੰਦਰ। ਔਰ ਇੰਨੇ ਡੁੱਬ ਗਏ ਨੇ ਕਿ ਆਮ ਅਸੀਂ ਕਹਿੰਦੇ ਆ ਨਾ ਵੀ ਰੱਬ ਤੁਹਾਡੀ ਰਾਖੀ ਕਰੇਗਾ, ਰੱਬ ਸਾਡਾ ਰਾਖਾ ਹਰ ਥਾਂ ਤੇ। ਧਾਰਮਿਕ ਪੁਜਾਰੀ ਕਹਿ ਰਹੇ ਨੇ ਸਾਰੇ ਵੀ ਰੱਬ ਤੁਹਾਡੀ ਰਾਖੀ ਕਰੇਗਾ, ਬਾਬੇ ਕਹਿੰਦੇ ਰੱਬ ਤੁਹਾਡੀ ਰਾਖੀ ਕਰੇਗਾ, ਤੁਹਾਡਾ ਸਾਥ ਦੇਵੇਗਾ, ਜਿੱਥੇ ਜਾਓਗੇ ਰੱਬ ਤੁਹਾਡੀ ਰਾਖੀ ਕਰੇਗਾ।
ਕਹਿ ਤੇ ਇਹ ਰਹੇ ਨੇ, ਲੇਕਿਨ ਆਪ ਇੰਨੇ ਡੁੱਬੇ ਹੋਏ ਨੇ, ਆਪਣੇ ਡੇਰਿਆਂ ਨੂੰ ਜੰਦਰੇ ਮਾਰੇ ਨੇ, ਆਪਣੇ ਰੱਬ ਦੀ ਰਾਖੀ ਜੰਦਰੇ ਕਰ ਰਹੇ ਨੇ। ਹੈ ਨਾ ਪ੍ਰੋਬਲਮ? ਅਸੀਂ ਕਹਿ ਕੀ ਰਹੇ ਹਾਂ, ਕਰ ਕੀ ਰਹੇ ਹਾਂ? ਇੰਨੇ ਡੁੱਬੇ ਹੋਏ ਨੇ ਲੋਕ, ਮਤਲਬ ਕਿ ਸੱਚ ਤੋਂ ਕਿੰਨੇ ਦੂਰ ਚਲੇ ਗਏ। ਇਨਸਾਨ ਦੀਆਂ ਚੋਰੀਆਂ ਕੁੱਤਾ ਲੱਭ ਰਿਹਾ ਹੈ, ਸੁੰਘ ਸੁੰਘ ਕੇ ਦੱਸਦਾ ਵੀ ਇਹ ਚੋਰ ਹੈ ਬੰਦਾ। ਇਸ ਤੋਂ ਜ਼ਿਆਦਾ ਬੰਦਾ ਕੀ ਡੁੱਬੇਗਾ? ਹੁਣ ਕਿਉਂ ਡੁੱਬ ਗਿਆ? ਕਿਉਂਕਿ ਸੱਚ ਦੇ ਨਾਲੋਂ ਟੁੱਟ ਗਿਆ। ਮਹਿਲਾ ਪਹਿਲਾ, ਲੱਖ ਮਣ ਸੋਇਨਾ ਲੱਖ ਮਣ ਰੂਪਾ ਲੱਖ ਸਾਹਾਂ ਸਿਰ ਸ਼ਾਹ। ਰੂਪਾ ਦਾ ਮਤਲਬ ਚਾਂਦੀ। ਲੱਖਾਂ ਮਣ ਸੋਨਾ ਹੋਵੇ, ਲੱਖਾਂ ਮਣ ਚਾਂਦੀ ਹੋਵੇ, ਲੱਖਾਂ ਅਮੀਰਾਂ ਨਾਲੋਂ ਵੀ ਕੋਈ ਵੱਡਾ ਅਮੀਰ ਹੋਵੇ। ਲੱਖ ਸ਼ਾਹਾਂ ਸਿਰ ਸ਼ਾਹ ਦਾ ਮਤਲਬ ਲੱਖਾਂ ਅਮੀਰਾਂ ਤੋਂ ਅਮੀਰ ਹੋਵੇ। ਲੱਖ ਲਸ਼ਕਰ ਲੱਖ ਵਾਜੇ ਨੇਜੇ, ਲੱਖੀ ਘੋੜੀ ਪਾਤਸ਼ਾਹ। ਲੱਖੀ ਘੋੜੀ ਦਾ ਮਤਲਬ ਲੱਖਾਂ ਘੋੜਿਆਂ ਦਾ ਬਾਦਸ਼ਾਹ ਹੋਵੇ। ਲੱਖਾਂ ਲਸ਼ਕਰ ਹੋਣ, ਲੱਖਾਂ ਵਾਜੇ ਨੇਜੇ ਹੋਣ, ਯਾਨੀ ਲੱਖਾਂ ਸਿਪਾਹੀਆਂ ਦੀਆਂ ਫੌਜਾਂ ਹੋਣ, ਲੱਖਾਂ ਵਾਜੇ ਨੇਜੇ ਵੱਜਦੇ ਹੋਣ, ਨੇਜੇ ਬਰਦਾਰ ਲੱਖਾਂ ਫੌਜਾਂ ਹੋਣ, ਔਰ ਬਹੁਤ ਸਾਰੇ ਰਸਾਲਿਆਂ ਦੇ ਮਾਲਕ ਔਰ ਬਾਦਸ਼ਾਹ ਹੋਣ। ਜਿੱਥੇ ਸਾਇਰ ਲੰਘਣਾ ਅਗਨ ਪਾਣੀ ਅਸਗਾ। ਸਾਇਰ ਦਾ ਮਤਲਬ ਸਮੁੰਦਰ, ਇੱਥੇ ਸ਼ਾਇਰ ਨਹੀਂ ਪੜਨਾ। ਸ਼ਾਇਰ ਜੇ ਪੜਾਂਗੇ ਤੇ ਇਹਦਾ ਅਰਥ ਹੋ ਜਾਏਗਾ ਕਵੀ। ਜਿੱਥੇ ਸ਼ਾਇਰ ਦਾ ਅਰਥ ਕਵੀ ਹੋਵੇ, ਉੱਥੇ ਸੱਸੇ ਦੇ ਪੈਰ ਥੱਲੇ ਬਿੰਦੀ ਲਾ ਕੇ ਪਾਠ ਕਰਨਾ। ਜਿਵੇਂ ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਤਗਾਰਾ, ਉੱਥੇ ਸ਼ਾਇਰ ਪੜਨਾ। ਸ਼ਾਇਰ ਦਾ ਮਤਲਬ ਹੁੰਦਾ ਹੈ ਕਵੀ, ਤੇ ਸਾਇਰ ਦਾ ਮਤਲਬ ਹੁੰਦਾ ਹੈ ਸਮੁੰਦਰ। ਜਿੱਥੇ ਸਾਇਰ ਲੰਘਣਾ ਅਗਨ ਪਾਣੀ ਅਸਗਾ। ਅਸਗਾ ਦਾ ਮਤਲਬ ਅਥਾਹ। ਜਿੱਥੇ ਵਿਕਾਰਾਂ ਦੀ ਅੱਗ ਤੇ ਪਾਣੀ ਦਾ ਅਥਾਹ ਸਮੁੰਦਰ ਲੰਘਣਾ ਪੈਂਦਾ ਹੈ। ਅਗਨ ਪਾਣੀ ਦਾ ਮਤਲਬ ਵਿਕਾਰਾਂ ਦੀ ਅੱਗ ਔਰ ਵਿਕਾਰਾਂ ਦਾ ਪਾਣੀ। ਜਿੱਥੇ ਆਸਰਾ ਤ੍ਰਿਸ਼ਨਾ ਦੀ ਅੱਗ ਦੇ ਭਾਂਬੜ ਬਲ ਰਹੇ ਹੋਣ, ਜਿੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਦਰਿਆ ਚੱਲ ਰਹੇ ਹੋਣ, ਇਹ ਜਿੱਥੋਂ ਇੱਥੇ ਲੰਘਣਾ ਹੈ, ਤਾਂ ਉੱਥੇ ਨਾ ਕੋਈ ਬਾਦਸ਼ਾਹੀ ਕੰਮ ਆਉਂਦੀ ਹੈ, ਨਾ ਕੋਈ ਧਨ ਕੰਮ ਆਉਂਦਾ ਹੈ, ਨਾ ਲਸ਼ਕਰ ਫੌਜਾਂ ਨੇਜੇ ਵਾਜੇ ਬਚਾ ਸਕਦੇ ਨੇ ਜਦੋਂ ਬੰਦਾ ਵਿਕਾਰਾਂ ਵਿੱਚ ਡਿੱਗਦਾ ਹੈ। ਉੱਥੇ ਇਹ ਚੀਜ਼ਾਂ ਨਹੀਂ ਬਚਾਉਂਦੀਆਂ। ਕੰਧੀ ਦਿਸ ਨਾ ਆਵਈ ਤਾਹੀ ਪਵੈ ਕਹਾ। ਇੱਥੇ ਤਾਹੀ ਦੇ ਹਾਹੇ ਨਾਲ ਬਿੰਦੀ ਲਾਣੀ ਹੈ। ਤਾਹੀ, ਤਾਹੀ ਦਾ ਮਤਲਬ ਤਾਹਾਂ। ਜਿਵੇਂ ਕੋਈ ਬੰਦਾ ਮਰਦਾ ਹੈ ਨਾ, ਤਾਂ ਅੱਜ ਕੱਲ ਤਾਂ ਰਿਵਾਜ ਘਟ ਰਿਹਾ ਹੈ, ਨਹੀਂ ਤੇ ਪਿੰਡਾਂ ਦੇ ਵਿੱਚ ਪਹਿਲਾਂ ਢਾਹ ਮਾਰਦੇ ਹੁੰਦੇ ਸੀ, ਜ਼ੋਰ ਦੀ ਢਾਹ ਮਾਰਨੀ। ਕੰਧੀ ਦਾ ਮਤਲਬ ਕੰਢਾ। ਧਾਈ ਪਵੇਂ ਕਹਾ, ਢਾਹਾਂ ਦਾ ਰੌਲਾ, ਹਾਏ ਹਾਏ ਦਾ ਸ਼ੋਰ। ਤਾਂ ਗੁਰੂ ਜੀ ਕਹਿੰਦੇ ਨੇ ਇਹ ਜਿਹੜੇ ਵਿਕਾਰ ਨੇ, ਇਹਨਾਂ ਦਾ ਕੰਢਾ ਵੀ ਨਹੀਂ ਦਿਸਦਾ ਕਿ ਕਿੱਥੋਂ ਲੈ ਕੇ ਕਿੱਥੋਂ ਤੱਕ ਵਿਕਾਰ ਨੇ। ਅਸਗਾ, ਹਾਏ ਹਾਏ ਦੀ ਕੁਰਲਾਹਟ ਪੈ ਰਹੀ ਹੈ। ਲੋਕ ਇਹਨਾਂ ਵਿਕਾਰਾਂ ਦੇ ਵਿੱਚ ਡੁੱਬ ਰਹੇ ਨੇ, ਕੋਈ ਕਾਮ ਵਿੱਚ, ਕੋਈ ਕ੍ਰੋਧ ਵਿੱਚ, ਲੋਭ ਵਿੱਚ, ਹੰਕਾਰ ਵਿੱਚ, ਚਿੰਤਾ ਵਿੱਚ, ਫਿਕਰ ਵਿੱਚ। ਤਾਂ ਜਦੋਂ ਬੰਦਾ ਇਹਨਾਂ ਵਿਕਾਰਾਂ ਦੇ ਵਿੱਚ ਡੁੱਬਦਾ ਹੈ, ਉਦੋਂ ਉੱਥੇ ਕੁਰਲਾਹਟ ਪੈਂਦੀ ਹੈ। ਔਰ ਵਿਕਾਰਾਂ ਦੇ ਅੰਦਰ ਜਦੋਂ ਕੋਈ ਗਰਕ ਹੋ ਜਾਏ ਨਾ, ਚਾਹੇ ਕੋਈ ਬਾਦਸ਼ਾਹ ਹੋਵੇ, ਨੇਜਿਆਂ ਵਾਜਿਆਂ ਵਾਲਾ ਹੋਵੇ, ਉੱਥੇ ਫਿਰ ਕਿਸੇ ਦੀ ਸੁਣੀ ਨਹੀਂ ਜਾਂਦੀ। ਇਹ ਚੀਜ਼ਾਂ ਜਿਹੜੀਆਂ ਨੇ ਵਿਕਾਰਾਂ ਤੋਂ ਬੰਦੇ ਨੂੰ ਨਹੀਂ ਬਚਾਉਂਦੀਆਂ। ਨਾਨਕ ਉੱਥੇ ਜਾਣੀਏ ਸ਼ਾਹ ਕਈ ਪਾਤਸ਼ਾਹ। ਉੱਥੇ ਜਾਣੀਏ ਦਾ ਮਤਲਬ ਉੱਥੇ ਪਰਖੇ ਜਾਂਦੇ ਨੇ। ਹੇ ਨਾਨਕ, ਉੱਥੇ ਪਰਖੇ ਜਾਂਦੇ ਨੇ ਕਿ ਕੌਣ ਧਨੀ ਹੈ ਔਰ ਕੌਣ ਬਾਦਸ਼ਾਹ ਹੈ। ਯਾਨੀ ਦੁਨੀਆ ਦਾ ਧਨ ਤੇ ਬਾਦਸ਼ਾਹੀ ਵਿਕਾਰਾਂ ਦੀ ਅੱਗ ਵਿੱਚ ਸੜਨੋਂ ਔਰ ਵਿਕਾਰਾਂ ਦੀ ਲਹਿਰਾਂ ਵਿੱਚ ਡੁੱਬਣੋਂ ਬਚਾ ਨਹੀਂ ਸਕਦੇ। ਉੱਥੇ ਜਾ ਕੇ ਪਤਾ ਲੱਗਦਾ ਧਨ ਤੇ ਬਾਦਸ਼ਾਹੀ ਹੁੰਦਿਆਂ ਵੀ ਹਾਏ ਹਾਏ ਨਹੀਂ ਮਿਟਦੀ। ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ। ਕਿੰਨੇ ਵੱਡੇ ਵੱਡੇ ਲੋਕ ਨੇ, ਅਮੀਰ ਨੇ, ਜਿਨ੍ਹਾਂ ਦੇ ਕੋਲ ਧਨ ਦੀ ਕਮੀ ਨਹੀਂ, ਪੈਸੇ ਦੀ ਕਮੀ ਨਹੀਂ। ਆਪਣਾ ਰਾਜਨੀਤੀ ਦੀ ਦੁਨੀਆ ਵਿੱਚ ਕੱਦ ਬੜਾ ਲੰਬਾ ਹੈ, ਆਰਥਿਕ ਪੋਜੀਸ਼ਨ ਬੜੀ ਮਜ਼ਬੂਤ ਹੈ, ਪਰ ਉਹ ਵੀ ਚਿੰਤਾਵਾਂ ਦੇ ਵਿੱਚ ਫਸੇ ਹੋਏ ਨੇ, ਵਿਕਾਰਾਂ ਦੇ ਵਿੱਚ ਫਸੇ ਹੋਏ ਨੇ। ਤਾਂ ਇਹਦਾ ਮਤਲਬ ਧਨ ਦੌਲਤ ਔਰ ਦੁਨੀਆ ਦੀ ਜਿਹੜੀ ਵਿਖਾਵੇ ਦੀ ਸ਼ੋਹਰਤ ਹੈ, ਇਹ ਬੰਦੇ ਨੂੰ ਬਚਾ ਨਹੀਂ ਨਾ ਸਕਦੀ। ਉੱਥੇ ਜਾ ਕੇ ਪਤਾ ਲੱਗਦਾ ਜਦੋਂ ਵਿਕਾਰਾਂ ਤੋਂ ਬਚਣ ਦੀ ਜਗ੍ਹਾ ਆਉਂਦੀ ਹੈ। ਜਿਵੇਂ ਮਿਸਾਲ ਵਜੋਂ ਕਿਸੇ ਨੂੰ ਨੌਕਰੀ ਮਿਲ ਜਾਂਦੀ ਹੈ ਐਸੀ ਜਗ੍ਹਾ ਜਿੱਥੇ ਰਿਸ਼ਵਤ ਦਾ ਆਮ ਬੋਲਬਾਲਾ ਹੈ,
ਤਾਂ ਉੱਥੇ ਕੋਈ ਵਿਰਲਾ ਹੀ ਬਚਦਾ ਹੈ, ਨਹੀਂ ਤੇ ਆਮ ਬੰਦੇ ਰਿਸ਼ਵਤ ਲੈਣ ਲੱਗ ਜਾਂਦੇ ਨੇ। ਜੇ ਕੋਈ ਐਸਾ ਮੌਕਾ ਬੰਦੇ ਨੂੰ ਮਿਲੇ ਕਿ ਸੁੰਦਰ ਔਰਤ ਹੈ, ਤਾਂ ਵਿਰਲੇ ਬੰਦੇ ਉੱਥੇ ਬਚਦੇ ਨੇ ਨਾ। ਜੇ ਚੋਰੀ ਦਾ ਸਮਾਂ ਮਿਲੇ, ਚੋਰੀ ਕਰਨ ਦਾ ਮੌਕਾ ਹੋਵੇ, ਪੈਸਾ ਵੀ ਮੋਟਾ ਹੋਵੇ, ਤਾਂ ਵਿਰਲੇ ਬੰਦੇ ਬਚਦੇ ਨੇ। ਇਹ ਚੀਜ਼ਾਂ ਉੱਥੋਂ ਬਚਾ ਨਹੀਂ ਸਕਦੀਆਂ। ਉੱਚਾ ਆਚਰਣ, ਗੁਰੂ ਦਾ ਗਿਆਨ, ਗੁਰੂ ਦੇ ਦੱਸੇ ਰਾਹਾਂ ਦੇ ਉੱਤੇ ਚੱਲਣਾ, ਉਹ ਗੁਰੂ ਦਾ ਗਿਆਨ ਹੀ ਉੱਥੋਂ ਬਚਾਉਂਦਾ ਹੈ। ਫਿਰ ਜਿਹੜਾ ਬਣਿਆ ਹੋਇਆ ਆਚਰਣ ਹੈ ਉਹ ਬਣਾਉਂਦਾ ਹੈ, ਬਚਾਉਂਦਾ ਹੈ। ਇਹ ਜਿਹੜੇ ਕਰਮ ਕਾਂਡ ਨੇ ਤੇ ਦੁਨਿਆਵੀ ਧਨ ਆਦਿਕ, ਇਹਨਾਂ ਵਿਕਾਰਾਂ ਤੋਂ ਨਹੀਂ ਬਚਦੇ, ਸਗੋਂ ਬਹੁਤ ਸਾਰੇ ਲੋਕ ਉਹਦੇ ਵਿੱਚ ਖਪਦੇ ਹੋਏ ਵੇਖੇ ਜਾ ਸਕਦੇ ਨੇ। ਇਹ ਅਸੀਂ ਸਮਾਜ ਵਿੱਚ ਵੇਖ ਰਹੇ ਹਾਂ। ਪੌੜੀ, ਇਕ ਨਾ ਗਲੀ ਜੰਜੀਰ ਬੰਦ ਰਬਾਣੀਏ। ਗਲੀ ਦਾ ਮਤਲਬ ਗਲਿਆਂ ਵਿੱਚ, ਜੰਜੀਰ ਦਾ ਮਤਲਬ ਹੈ ਜੰਜੀਰਾਂ। ਕਿਹੜੀਆਂ ਜੰਜੀਰਾਂ? ਅਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ। ਬੰਦ ਦਾ ਮਤਲਬ ਹੈ ਬੰਦੀ ਖਾਨੇ ਵਿੱਚ, ਤੇ ਰਬਾਣੀਏ ਦਾ ਮਤਲਬ ਹੈ ਰੱਬ ਦੇ ਬੰਦੀ ਖਾਨੇ ਵਿੱਚ। ਜੋ ਵਿਖਿਆ ਵਿੱਚ ਲੱਗੇ ਨੇ, ਉਹਨਾਂ ਦੇ ਗਲਾਂ ਵਿੱਚ ਮਾਇਆ ਦੇ, ਮੋਹ ਦੇ ਬੰਧਨ ਰੂਪ ਜੰਜੀਰਾਂ ਪਏ ਹੋਏ ਨੇ, ਤੇ ਉਹ ਮਾਨੋ ਰੱਬ ਦੇ ਬੰਦੀ ਖਾਨੇ ਵਿੱਚ ਪਏ ਹੋਏ ਨੇ। ਦੇਖੋ ਕਿੰਨਾ ਸੋਹਣਾ ਸਾਨੂੰ ਇੱਥੋਂ ਪ੍ਰਮਾਣ ਮਿਲ ਰਿਹਾ ਹੈ ਕਿ ਬੰਦੀ ਖਾਨਾ ਕਿਹੜਾ ਹੈ? ਰੱਬ ਦਾ, ਜਾਂ ਜਿਹਨੂੰ ਅਸੀਂ ਨਰਕ, ਦੋਜ਼ਖ ਆਦਿ ਕਹਿ ਦਿੰਦੇ ਆ। ਇੱਕ ਨਾ ਗਲੀ ਜੰਜੀਰ, ਇੱਕ ਨਾ ਦਾ ਮਤਲਬ ਕਈਆਂ ਦੇ ਗਲਿਆਂ ਦੇ ਅੰਦਰ ਵਿਕਾਰਾਂ ਦੀਆਂ ਜੰਜੀਰਾਂ ਨੇ, ਜਿਨ੍ਹਾਂ ਦੀ ਸੁਰਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਜਕੜੀ ਹੋਈ ਹੈ। ਬੰਦ ਰਬਾਣੀਏ ਦਾ ਮਤਲਬ ਉਹ ਰੱਬ ਦੇ ਬੰਦੀ ਖਾਨੇ ਵਿੱਚ ਨੇ, ਮਾਨੋ ਉਹ ਰੱਬ ਦੇ ਕੈਦ ਖਾਨੇ ਦੇ ਵਿੱਚ ਨੇ, ਉਹ ਕੈਦ ਖਾਨੇ ਵਿੱਚ ਪਏ ਹੋਏ ਨੇ। ਬੱਧੇ ਛੁੱਟੇ ਸੱਚ, ਸੱਚ ਪਛਾਣੀਏ। ਇੱਥੇ ਸੱਚ ਦੇ ਚੱਚੇ ਨਾਲ ਸਿਹਾਰੀ, ਜਿਹਦਾ ਮਤਲਬ ਸੱਚ ਰਾਹੀਂ। ਬੱਧੇ ਛੁੱਟੇ ਸੱਚ, ਸੱਚ ਪਛਾਣੀਏ। ਸੱਚ ਪਛਾਣੀਏ ਦਾ ਮਤਲਬ ਜੇ ਸੱਚ ਦੀ ਪਛਾਣ ਆ ਜਾਏ ਤਾਂ ਜਿਹੜੇ ਬੱਧੇ ਹੋਏ ਨੇ ਸੱਚ ਰਾਹੀਂ ਛੁੱਟ ਸਕਦੇ ਨੇ। ਬੱਧੇ ਛੁੱਟੇ ਸੱਚ, ਸੱਚ ਰਾਹੀਂ ਛੁੱਟਿਆ ਜਾ ਸਕਦਾ ਹੈ। ਸੱਚ ਪਛਾਣੀਏ ਦਾ ਮਤਲਬ ਜੇ ਸੱਚ ਦੀ ਪਛਾਣ ਆ ਜਾਏ, ਜ਼ਿੰਦਗੀ ਦੀ ਅਸਲੀਅਤ ਦਾ ਪਤਾ ਲੱਗ ਜਾਏ, ਇਹ ਸਮਝ ਆ ਜਾਏ ਕਿ ਸੱਚ ਕੀ ਹੈ ਔਰ ਝੂਠ ਕੀ ਹੈ, ਤੇ ਬੰਦਾ ਸੱਚ ਨੂੰ ਅਪਣਾ ਲੈ, ਤਾਂ ਫਿਰ ਵਿਕਾਰਾਂ ਦੇ ਬੰਧਨ ਦੇ ਵਿੱਚੋਂ ਛੁੱਟ ਸਕਦਾ ਹੈ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਤੂੰ। ਲਿਖਿਆ ਪੱਲੇ ਪਾਏ, ਸੋ ਸੱਚ ਜਾਣੀਏ। ਤਾਂ ਸੱਚ ਜਾਣੀਏ ਦਾ ਮਤਲਬ ਸੱਚ ਦੇ ਨਾਲ ਸਾਨੂੰ ਸਾਂਝ ਬਣਾਉਣੀ ਚਾਹੀਦੀ ਹੈ। ਸੱਚ ਜਾਣੀਏ ਦਾ ਮਤਲਬ ਜਾਣਨਾ ਚਾਹੀਦਾ ਹੈ, ਸਾਂਝ ਪਾਣੀ ਚਾਹੀਦੀ ਹੈ ਸੱਚ ਦੇ ਨਾਲ। ਲਿਖਿਆ ਪੱਲੇ ਪਾਏ, ਤੇ ਜੋ ਲਿਖਿਆ ਹੈ ਉਹ ਸਾਡੇ ਪੱਲੇ ਪੈਣਾ ਹੈ, ਸਾਨੂੰ ਮਿਲਣਾ ਉਹ ਹੈ ਜੋ ਲਿਖਿਆ ਹੈ। ਇਹਦਾ ਮਤਲਬ ਇਹ ਨਹੀਂ ਕਿ ਰੱਬ ਨੇ ਲਿਖ ਕੇ ਭੇਜਿਆ ਹੋਇਆ ਹੈ ਵੀ ਤੁਹਾਡੇ ਪੱਲੇ ਇਹ ਪਏਗਾ। ਰੋਜ਼ ਅਸੀਂ ਲਿਖ ਰਹੇ ਹਾਂ, ਰੋਜ਼ ਲਿਖਿਆ ਜਾ ਰਿਹਾ ਹੈ। ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਜੋ ਅਸੀਂ ਕਰਦੇ ਹਾਂ, ਸਾਡੇ ਮਨ ਦੇ ਅੰਦਰ ਸੰਸਕਾਰ ਬਣਦੇ ਨੇ। ਜਿਹੜੀ ਚੀਜ਼ ਨੂੰ ਬਾਰ-ਬਾਰ ਅਸੀਂ ਦੁਹਰਾਉਂਦੇ ਹਾਂ ਉਹ ਪੱਕਾ ਸੁਭਾਅ ਬਣੀ ਜਾਂਦਾ ਹੈ। ਸਾਡੇ ਅੰਦਰ ਉਹ ਸੁਭਾਅ ਲਿਖਿਆ ਜਾ ਰਿਹਾ ਹੈ, ਤੇ ਜੈਸਾ ਸੁਭਾਅ, ਜੈਸੀ ਸੋਚ ਬਣ ਗਈ ਹੈ, ਪੱਲੇ ਸਾਡੇ ਉਹੀ ਪੈਣਾ, ਫਲ ਉਹਦਾ ਹੀ ਮਿਲਦਾ ਹੈ। ਨੈਗੇਟਿਵ ਸੋਚੋਗੇ ਨੈਗੇਟਿਵ ਪੱਲੇ ਪਏਗਾ, ਪੋਜ਼ਿਟਿਵ ਸੋਚੋਗੇ ਪੋਜ਼ਿਟਿਵ ਪੱਲੇ ਪਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਲਿਖਿਆ ਪੱਲੇ ਪੈਣਾ। ਤਾਂ ਸੱਚ ਜਾਣੀਏ ਦਾ ਮਤਲਬ ਸੱਚ ਨੂੰ ਜਾਣੋ, ਸੱਚ ਦੇ ਲੇਖ ਲਿਖੋ, ਸੱਚ ਬਾਰੇ ਸੋਚੋ, ਸੱਚ ਬਾਰੇ ਬੋਲੋ, ਸੱਚ ਬਾਰੇ ਕਰੋ, ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਹੋਵੋ। ਹੁਕਮੀ ਹੋਏ ਨਿਬੇੜ ਗਿਆ ਜਾਣੀਏ। ਹੁਕਮੀ ਦਾ ਮਤਲਬ ਹੁਕਮ ਦੇ ਅੰਦਰ, ਨਿਬੇੜ ਦਾ ਮਤਲਬ ਲੇਖਾ ਜੋਖਾ। ਇਹ ਸਾਰਾ ਨਿਰਣਾ ਪ੍ਰਭੂ ਦੇ ਹੁਕਮ ਵਿੱਚ ਹੁੰਦਾ ਹੈ। ਗਿਆ ਜਾਣੀਏ, ਇਹਦਾ ਪਤਾ ਕਦੋਂ ਲੱਗਦਾ ਹੈ? ਗਿਆ ਜਾਣੀਏ ਦਾ ਮਤਲਬ ਜਦੋਂ ਅਸੀਂ ਇਸ ਸਟੇਜ ਤੇ ਪਹੁੰਚਦੇ ਹਾਂ, ਇਸ ਸੋਚ ਨੂੰ ਸਮਝਦੇ ਹਾਂ, ਜਦੋਂ ਅਸੀਂ ਹੁਕਮ ਨੂੰ ਸਮਝਦੇ ਹਾਂ, ਉਦੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਤੇ ਸਾਰਾ ਨਿਬੇੜਾ ਹੁਕਮ ਦੇ ਵਿੱਚ ਹੋ ਰਿਹਾ ਹੈ, ਸਿਸਟਮ ਦੇ ਵਿੱਚ ਹੋ ਰਿਹਾ ਹੈ। ਕਿ ਅਸੀਂ ਜੌਂ ਬੀਜੇ ਤੇ ਜੌਂ ਉੱਗੇ, ਕਣਕ ਬੀਜੀ ਤੇ ਕਣਕ ਉੱਗੀ। ਜਦੋਂ ਅਸੀਂ ਇਹਦਾ ਲੇਖਾ ਜੋਖਾ ਕਰਾਂਗੇ ਕਿ ਮੇਰੀ ਨੈਗੇਟਿਵਿਟੀ ਮੇਰੇ ਅੰਦਰ ਕਿਉਂ ਆ ਗਈ, ਤਾਂ ਜਦ ਅਸੀਂ ਇਮਾਨਦਾਰੀ ਨਾਲ ਸੋਚਾਂਗੇ ਤਾਂ ਸਮਝ ਆਏਗੀ ਕਿ ਮੈਂ ਤੇ ਸੋਚਦਾ ਹੀ ਨੈਗੇਟਿਵ ਰਿਹਾ ਹਾਂ। ਜਦੋਂ ਕਿਸੇ ਸਾਈਕੋਥੈਰੇਪਿਸਟ ਕੋਲ ਜਾਵਾਂਗੇ ਤੇ ਉਹ ਦੱਸੇਗਾ ਵੀ ਤੇਰੀ ਇਹ ਸੋਚ ਕਰਕੇ ਤੇਰੇ ਅੰਦਰ ਇਹ ਨੈਗੇਟਿਵਿਟੀ ਆ ਗਈ।
मैं पॉजिटिव क्यों हाँ मेरे अंदर, क्योंकि मैं पॉजिटिव सोचिया है। ਤਾਂ ਜਦੋਂ ਬੰਦਾ ਇੱਥੇ ਜਾਂਦਾ ਹੈ ਨਾ, ਇੱਥੇ ਪਹੁੰਚਦਾ ਹੈ ਗੁਰੂ ਦੇ ਦਰ ਤੇ, ਇਹ ਸੋਚ ਨੂੰ ਪਾਉਂਦਾ ਹੈ, ਤਾਂ ਇਹਨੂੰ ਸਮਝ ਪੈਂਦੀ ਹੈ ਕਿ ਸਾਰਾ ਨਿਬੇੜਾ ਜਿਹੜਾ ਹੈ, ਲੇਖਾ ਜੋਖਾ ਰੱਬੀ ਹੁਕਮ ਦੇ ਅੰਦਰ ਹੋ ਰਿਹਾ ਹੈ। ਹੁਕਮ ਤੋਂ ਬਾਹਰ ਕੋਈ ਨਹੀਂ, ਹੁਕਮ ਤੋਂ ਬਾਹਰ ਕੋਈ ਬਚ ਨਹੀਂ ਸਕਦਾ। ਹੁਕਮ ਦੇ ਅੰਦਰ ਹੀ ਨਿਬੇੜਾ ਹੋਣਾ ਹੈ, ਹੁਕਮ ਦੇ ਅੰਦਰ ਹੀ ਸੁਖ ਔਰ ਦੁੱਖ ਨੇ। ਭੌਜਲ ਤਾਰਨ ਹਾਰ ਸ਼ਬਦ ਪਛਾਣੀਏ। ਭੌਜਲ ਦਾ ਮਤਲਬ ਸੰਸਾਰ ਸਮੁੰਦਰ, ਸ਼ਬਦ ਦਾ ਮਤਲਬ ਸ਼ਬਦ ਦੇ ਰਾਹੀਂ, ਪਛਾਣੀਏ ਦਾ ਮਤਲਬ ਪਹਿਚਾਨ ਬਣਾਈ ਜਾ ਸਕਦੀ ਹੈ। ਤਾਂ ਗੁਰੂ ਦੇ ਸ਼ਬਦ ਦੇ ਰਾਹੀਂ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾਣੀ ਚਾਹੀਦੀ ਹੈ, ਜੋ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਵਾਲਾ ਹੈ। ਸ਼ਬਦ ਰਾਹੀਂ ਸਾਨੂੰ ਪਛਾਣ ਬਣਾਉਣੀ ਚਾਹੀਦੀ ਹੈ ਰੱਬ ਦੇ ਨਾਲ, ਗੁਰੂ ਦੇ ਨਾਲ, ਰੱਬੀ ਗੁਣਾਂ ਦੇ ਨਾਲ, ਜੋ ਪ੍ਰਭੂ ਜਗਤ ਤੋਂ ਤਾਰਨਹਾਰ ਹੈ, ਵਿਕਾਰਾਂ ਤੋਂ ਪਾਰ ਉਤਾਰਨ ਵਾਲਾ ਹੈ। ਗੁਰੂ ਦੇ ਉਪਦੇਸ਼ ਰਾਹੀਂ ਉਹਦੇ ਨਾਲ ਸਾਂਝ ਪਾਣੀ ਚਾਹੀਦੀ ਹੈ, ਰੱਬੀ ਗੁਣਾਂ ਦੇ ਨਾਲ। ਚੋਰ ਜਾਰ ਜੁਆਰ ਪੀੜੇ ਕਹਾਣੀਏ। ਜਾਰ ਦਾ ਮਤਲਬ ਹੁੰਦਾ ਹੈ ਕਰੈਕਟਰਲੈਸ ਬੰਦਾ, ਵੀ ਵਿਚਾਰੀ। ਚੋਰ ਦਾ ਮਤਲਬ ਚੋਰ, ਜੁਆਰ ਦਾ ਮਤਲਬ ਜੁਆਰੀ। ਚੋਰਾਂ, ਵਿਭਚਾਰੀਆਂ ਤੇ ਜੂਏਬਾਜ਼ ਜਿਹੜੇ ਲੋਕ ਨੇ, ਉਹਨਾਂ ਦਾ ਹਾਲ ਇਹ ਹੁੰਦਾ ਹੈ ਪੀੜੇ ਕਹਾਣੀਏ, ਜਿਵੇਂ ਕੋਹਲੂ ਦੇ ਅੰਦਰ ਸਰੋਂ ਨਹੀਂ ਪੀੜੀ ਜਾਂਦੀ, ਇਹ ਹਾਲ ਉਹਨਾਂ ਦਾ ਹੁੰਦਾ ਜਿਹੜੇ ਚੋਰ ਨੇ, ਵਿਭਚਾਰੀ ਨੇ ਔਰ ਜੂਏਬਾਜ਼ ਨੇ। ਭਾਵ ਕਿ ਉਹ ਕੋਹਲੂ ਦੇ ਵਿੱਚ ਪੀੜੇ ਜਾ ਰਹੇ ਨੇ, ਮਤਲਬ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਹੁੰਦੇ ਨੇ, ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਨਾਂ ਦੀ ਸੋਚ ਹਮੇਸ਼ਾ ਦੁੱਖਾਂ ਦੇ ਕੋਹਲੂ ਦੇ ਅੰਦਰ ਪੀੜੀ ਜਾਂਦੀ ਹੈ। ਨਿੰਦਕ ਲਾਏ ਤਬਾਰ ਮਿਲੇ ਹੜਵਾਣੀਏ। ਹੜਵਾਣੀਏ ਦਾ ਮਤਲਬ ਹੱਥਕੜੀ, ਨਿੰਦਕ ਦਾ ਮਤਲਬ ਨਿੰਦਕ, ਲਾਇਤਬਾਰ ਦਾ ਮਤਲਬ ਚੁਗਲਖੋਰ, ਜਿਹੜੇ ਚੁਗਲੀਆਂ ਕਰਦੇ ਨੇ। ਨਿੰਦਕਾਂ ਤੇ ਚੁਗਲਖੋਰਾਂ ਨੂੰ ਮਿਲੇ ਹੜਵਾਣੀਏ ਦਾ ਮਤਲਬ ਹੱਥਕੜੀ ਲੱਗੀ ਹੋਈ ਹੈ। ਮਿਲੇ ਦਾ ਮਤਲਬ ਮਿਲਦੀ ਹੈ, ਹੜਵਾਣੀਏ ਦਾ ਮਤਲਬ ਹੱਥਕੜੀ। ਨਿੰਦਕਾਂ ਔਰ ਚੁਗਲਾਂ ਨੂੰ ਹੱਥਕੜੀ ਵੱਜੀ ਹੋਈ ਹੈ, ਤੇ ਉਹ ਹੱਥਕੜੀ ਕਿਹੜੀ? ਇਹ ਨਹੀਂ ਕਿ ਸੰਗਲ ਵੱਜਿਆ ਹੋਇਆ ਹੈ। ਨਿੰਦਿਆ ਦੀ ਤੇ ਚੁਗਲੀ ਦੀ ਹੱਥਕੜੀ ਉਹਨਾਂ ਦੀ ਸੋਚ ਨੂੰ ਵੱਜੀ ਹੋਈ ਹੈ, ਉਹ ਇਹਦੇ ਚੋਂ ਬਾਹਰ ਹੀ ਨਹੀਂ ਆਉਂਦੇ। ਜਦੋਂ ਕਰਨਗੇ ਨਿੰਦਿਆ ਕਰਨਗੇ, ਜਦੋਂ ਕਰਨਗੇ ਚੁਗਲੀ ਕਰਨਗੇ, ਕਿਉਂਕਿ ਹੱਥਕੜੀ ਵੱਜੀ ਹੋਈ ਹੈ, ਚੋਂ ਬਾਹਰ ਹੀ ਸੋਚ ਨੂੰ ਹੱਥਕੜੀ ਵੱਜੀ ਹੋਈ ਹੈ। ਜੋ ਰੱਬੀ ਗੁਣਾਂ ਨਾਲੋਂ ਟੁੱਟੇ ਨੇ, ਉਹਨਾਂ ਨਿੰਦਕਾਂ ਔਰ ਚੁਗਲਖੋਰਾਂ ਨੂੰ ਮਾਨੋ ਇਹ ਨਿੰਦਾ ਦੀ ਔਰ ਚੁਗਲੀ ਦੀ ਹੱਥਕੜੀ ਵੱਜੀ ਹੋਈ ਹੈ। ਉਹ ਆਪਣੇ ਆਪ ਨੂੰ ਇਸ ਭੈੜੀਵਾਦੀ ਚੋਂ ਬਾਹਰ ਕੱਢਦੇ ਹੀ ਨਹੀਂ। ਤਾਂ ਕਿਵੇਂ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲਿਆ ਜਾਏ? ਗੁਰੂ ਜੀ ਅਖੀਰ ਵਿੱਚ ਦੱਸ ਰਹੇ ਨੇ, ਗੁਰਮੁਖ ਸੱਚ ਸਮਾਏ। ਗੁਰਮੁਖ ਦਾ ਮਤਲਬ ਗੁਰੂ ਦੀ ਰਾਹੀਂ। ਸੱਚ ਦੇ ਚੱਚੇ ਨਾਲ ਸਿਹਾਰੀ ਹੋਣ ਕਰਕੇ ਇਹਦਾ ਮੀਨਿੰਗ ਬਣ ਗਿਆ ਸੱਚ ਵਿੱਚ। ਸਮਾਏ ਦਾ ਮਤਲਬ ਲੀਨਤਾ ਹੋ ਜਾਂਦੀ ਹੈ। ਗੁਰਮੁਖ ਸੱਚ ਸਮਾਏ, ਪਰ ਜੋ ਮਨੁੱਖ ਗੁਰੂ ਦੇ ਸਨਮੁਖ ਨੇ, ਉਹ ਪ੍ਰਭੂ ਵਿੱਚ, ਸੱਚ ਦੇ ਵਿੱਚ ਲੀਨ ਹੋ ਜਾਂਦੇ ਨੇ। ਤੇ ਜਿਹੜੇ ਸੱਚ ਵਿੱਚ ਲੀਨ ਹੋ ਜਾਣ, ਸੋ ਦਰਗਾਹ ਜਾਣੀਏ, ਉਹ ਪ੍ਰਭੂ ਦੀ ਦਰਗਾਹ ਵਿੱਚ ਜਾਣੇ ਜਾਂਦੇ ਨੇ। ਮਤਲਬ ਉਹਨਾਂ ਨੂੰ ਰੱਬੀ ਦਰਗਾਹ ਵਿੱਚ ਮਾਣ ਮਿਲਦਾ ਹੈ, ਆਦਰ ਮਿਲਦਾ ਹੈ, ਸਤਿਕਾਰ ਮਿਲਦਾ ਹੈ। ਜਿੱਥੇ ਵੀ ਉਹ ਜਾਂਦੇ ਨੇ, ਉੱਥੇ ਉਹਨਾਂ ਨੂੰ ਆਦਰ, ਮਾਣ ਔਰ ਸਤਿਕਾਰ ਮਿਲਦਾ ਹੈ। ਤਾਂ ਗੁਰੂ ਦੇ ਰਾਹੀਂ ਸੱਚ ਦੇ ਅੰਦਰ ਸਮਾਇਆ ਜਾ ਸਕਦਾ ਹੈ, ਔਰ ਸੱਚ ਦੇ ਅੰਦਰ ਸਮਾ ਜਾਣਾ ਹੀ ਰੱਬੀ ਦਰਗਾਹ ਹੈ, ਸੱਚ ਹੀ ਰੱਬ ਦੀ ਦਰਗਾਹ ਹੈ। ਤੇ ਸੱਚ ਰਾਹੀਂ ਹੀ ਸਾਨੂੰ ਇਸ ਦੁਨੀਆ ਦੇ ਅੰਦਰ ਮਾਣ, ਆਦਰ, ਸਤਿਕਾਰ ਮਿਲਦਾ ਹੈ। ਤਾਂ ਜੇ ਇਨਸਾਨ ਚਾਹੁੰਦਾ ਹੈ ਕਿ ਮੈਂ ਇਹਨਾਂ ਪਾਪਾਂ, ਵਿਕਾਰਾਂ ਤੋਂ ਬਚਾਂ, ਮੇਰੇ ਜੀਵਨ ਚੋਂ ਦੁੱਖ ਖਤਮ ਹੋ ਜਾਣ, ਨਿੰਦਾ, ਚੁਗਲੀ ਆਦਿਕ ਦੀਆਂ ਹੱਥਕੜੀਆਂ ਮੇਰੀਆਂ ਖਤਮ ਹੋ ਜਾਣ, ਮੇਰੇ ਜੀਵਨ ਦਾ ਵਿਕਾਸ ਹੋਵੇ, ਮੈਂ ਉੱਚੀ ਆਤਮਿਕ ਅਵਸਥਾ ਵਾਲਾ ਜੀਵਨ ਜੀਵਾਂ, ਮੇਰੇ ਘਰ ਪਰਿਵਾਰ ਵਿੱਚ ਸੁਖ ਸ਼ਾਂਤੀ ਹੋਵੇ, ਤਾਂ ਗੁਰਮੁਖ ਸੱਚ ਸਮਾਏ। ਗੁਰੂ ਦੇ ਜਰੀਏ ਸੱਚ ਦੇ ਅੰਦਰ ਲੀਨਤਾ ਹੋਣੀ ਚਾਹੀਦੀ ਹੈ। ਔਰ ਜਿਹੜਾ ਸੱਚ ਦੇ ਅੰਦਰ ਸਮਾ ਜਾਏਗਾ ਮਨ, ਬਚਨ, ਕਰਮ ਕਰਕੇ, ਉਹ ਰੱਬੀ ਦਰਗਾਹ ਦੇ ਅੰਦਰ ਮਾਣ, ਆਦਰ ਔਰ ਸਤਿਕਾਰ ਪਾਏਗਾ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਆਪ ਸਵਾਲ ਕਰ ਸਕਦੇ ਹੋ, ਤੇ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਉਹ ਆਪਣੇ ਵਿਊਜ਼ ਦੇ ਸਕਦੇ ਹੋ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ